ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਜਾਣੈ ਤਿਸ ਸਦਾ ਸੁਖ ਹੋਇ ਆਪ ਮਿਲਾਇ ਲਇ ਪ੍ਰਭ ਸੋਇ ਓਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਅਤੀ ਸਨਮਾਨਯੋਗ ਮਹਾਂਪੁਰਖ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਦਾ ਇਹ ਬਹੁਤ ਵੱਡਾ ਉਪਰਾਲਾ ਔਰ ਉਦਮ ਹੈ, ਜਿਨ੍ਹਾਂ ਵੱਲੋਂ ਇਹ ਗੁਰਮਤਿ ਦੇ ਵਿਸ਼ਾਲ ਸਮਾਗਮ ਹਰ ਸਾਲ ਇਸ ਸਥਾਨ ਤੇ ਕੀਤੇ ਜਾਂਦੇ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਦਰਸ਼ਨ ਕਰਦਾ ਆ ਰਿਹਾ ਹਾਂ ਔਰ 1 ਮਹੀਨੇ ਤੋਂ ਉੱਤੇ ਇਹਨਾਂ ਸਮਾਗਮਾਂ ਦੀ ਲੜੀ ਚੱਲਦੀ ਹੈ, ਜਿਨ੍ਹਾਂ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਹੀ ਸੰਗਤਾਂ ਪੰਜਾਬ ਦੀ ਧਰਤੀ ਤੋਂ ਦੇਸ਼ ਵਿਦੇਸ਼ ਤੋਂ ਇਹਨਾਂ ਸਮਾਗਮਾਂ ਵਿੱਚੋਂ ਆ ਕੇ ਮਨੁੱਖਾ ਜੀਵਨ ਦਾ ਅਸਲੀ ਮਕਸਦ ਆਪਣੇ ਜੀਵਨ ਵਿੱਚ ਪ੍ਰਾਪਤ ਕਰਦੀਆਂ ਹਨ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜੀ ਵਾਲੇ, ਜਿਹੜੇ ਬਹੁਤ ਸੁੰਦਰ ਗੁਰਮਤਿ ਦੇ ਬਚਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਮਨੁੱਖਾ ਜੀਵਨ ਦਾ ਮਕਸਦ ਹੈ ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਮਨੁੱਖਾ ਜੀਵਨ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਔਰ ਇਸ ਮਨੁੱਖਾ ਜੀਵਨ ਦੀ ਯਾਤਰਾ ਨੂੰ ਸਫਲੀ ਕਰਨਾ, ਇਹੀ ਸਭ ਤੋਂ ਵੱਡਾ ਮਨੁੱਖਾ ਜੀਵਨ ਦਾ ਮਕਸਦ ਹੈ। ਪਰ ਸਾਧ ਸੰਗਤ ਜੀ, ਇਹ ਮਨੁੱਖਾ ਜੀਵਨ ਅਤ ਉੱਤਮ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਮਨੁੱਖ ਨੂੰ ਇਸ ਮਾਤ ਲੋਕ ਦੇ ਉੱਤੇ ਮਨੁੱਖਾ ਜੀਵਨ ਦੀ ਦਾਤ ਪ੍ਰਾਪਤ ਹੁੰਦੀ ਹੈ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਵਾਹਿਗੁਰੂ ਦੀ ਕਿਰਪਾ ਨਾਲ ਹੀ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰਨਕਾਲ ਇਹ ਦੇਹ ਸੰਜਰੀਆ। ਕਿ ਇਹ ਮਨੁੱਖ ਕਰੋੜਾਂ ਹੀ ਇਸ ਮਾਤ ਲੋਕ ਦੇ
ਜੀਵਨ ਦੇ ਸੰਚਾਰ ਅੰਦਰ ਜੋ 84 ਲੱਖ ਜੂਨਾਂ ਦਾ ਚੱਕਰ ਹੈ, ਉਹਨਾਂ ਵਿੱਚ ਇੱਕ ਨਹੀਂ, ਦੋ ਨਹੀਂ, ਐ ਮਨੁੱਖ ਤੋਂ ਕਿੰਨੇ ਜਨਮ 84 ਲੱਖ ਜੂਨਾਂ ਦੇ ਵਿੱਚ ਲੈ ਕਰਕੇ ਇਸ ਮਾਤ ਲੋਕ ਦੇ ਉੱਤੇ ਭੋਗੇ ਹੈ। ਔਰ ਅਖੀਰ ਤੇ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ। ਭਾਈ ਗੁਰਦਾਸ ਜੀ ਵੀ ਫਰਮਾਨ ਕਰਦੇ ਹੈ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। 84 ਲੱਖ ਜਿੰਨੀਆਂ ਵੀ ਜੂਨਾਂ ਹਨ, ਇਹਨਾਂ ਵਿੱਚੋਂ ਸਭ ਤੋਂ ਉੱਤਮ ਮਨੁੱਖਾ ਤਨ ਸਾਨੂੰ ਮਿਲਿਆ ਹੈ, ਮਨੁੱਖਾ ਦੇਹ ਸਾਨੂੰ ਪ੍ਰਾਪਤ ਹੋਈ ਹੈ। ਇਹ ਇੰਨੀ ਅਮੋਲਕ ਦਾਤ ਹੈ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਹੋਈ, ਇਸ ਦਾ ਕੋਈ ਮੁੱਲ ਅਦਾ ਨਹੀਂ ਕੀਤਾ ਜਾ ਸਕਦਾ। ਸਾਧ ਸੰਗਤ ਜੀ, ਜੇ ਆਪਾਂ ਆਪਣੇ ਅੰਤਰੀਵ ਤੌਰ ਤੇ ਅੰਦਰ ਝਾਤ ਮਾਰ ਕੇ ਵੇਖੀਏ ਤਾਂ ਇੱਕ ਇੱਕ ਸਵਾਸ ਵੀ ਜਿਹੜਾ ਵਾਹਿਗੁਰੂ ਨੇ ਸਾਨੂੰ ਦਿੱਤਾ, ਇਸ ਦਾ ਵੀ ਕੋਈ ਮੁੱਲ ਨਹੀਂ ਹੈ। ਸਰੀਰ ਦਾ ਇੱਕ ਇੱਕ ਅੰਗ ਜੋ ਸਾਨੂੰ ਪ੍ਰਾਪਤ ਹੈ, ਉਸ ਦੀ ਵੀ ਕੋਈ ਕੀਮਤ ਅਦਾ ਨਹੀਂ ਕਰਕੇ ਦੱਸ ਸਕਦਾ ਜਾਂ ਬਿਆਨ ਕਰਕੇ ਨਹੀਂ ਦੱਸ ਸਕਦਾ। ਇੱਕ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਦੇ ਦਿਓ ਤਾਂ ਵੀ ਸਾਧ ਸੰਗਤ ਜੀ ਇੱਕ ਸਵਾਸ ਮੁੱਲ ਸਾਰੀ ਸ੍ਰਿਸ਼ਟੀ ਦੇ ਰਾਜ ਦੇ ਬਦਲੇ ਪ੍ਰਾਪਤ ਨਹੀਂ ਹੋ ਸਕਦਾ। ਇੱਕ ਸਵਾਸ ਵੀ ਨਹੀਂ ਮਿਲ ਸਕਦਾ। ਸਵਾਸਾਂ ਦੀ ਇੰਨੀ ਵੱਡੀ ਕੀਮਤ ਹੈ। ਇਸੇ ਕਰਕੇ ਸਵਾਸਾਂ ਨੂੰ ਬੇਕੀਮਤ ਕਿਹਾ ਗਿਆ ਹੈ। ਜਿਹੜੀ ਵਸਤੂ ਦੀ ਕੋਈ ਕੀਮਤ ਨਾ ਅਦਾ ਕਰ ਸਕੇ, ਉਸ ਨੂੰ ਬੇਕੀਮਤੇ ਦਾ ਦਰਜਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਵਾਹਿਗੁਰੂ ਨੇ ਸਾਨੂੰ ਇੱਕ ਇੱਕ ਸਵਾਸ ਕਿੰਨੇ ਬੇਸ਼ਕੀਮਤੇ ਦਿੱਤੇ ਹਨ, ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਸਰੀਰ ਦੇ ਇੱਕ ਇੱਕ ਅੰਗ ਦੀ ਕੋਈ ਕੀਮਤ ਨਹੀਂ ਹੈ। ਐਡੀ ਵੱਡੀ ਅਮੋਲਕ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਜੇ ਇਸ ਜੀਵਨ ਵਿੱਚ ਆਪਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਸਕੀਏ, ਫਿਰ ਸਾਡੇ ਨਾਲੋਂ ਵੱਡਾ ਬੇਸਮਝ ਔਰ ਮੂਰਖ ਅਤੇ ਅਗਿਆਨੀ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਜੋ ਸਤ ਸੰਗਤ ਹੈ ਨਾ, ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਤ ਸੰਗਤ ਕਰਨੀ ਹੈ। ਇਸ ਸਤ ਸੰਗਤ ਵਿੱਚੋਂ ਸਾਨੂੰ ਗਿਆਤ ਪ੍ਰਾਪਤ ਹੁੰਦੀ ਹੈ ਕਿ ਮਨੁੱਖਾ ਜੀਵਨ ਕਿੰਨਾ ਮਹਾਨ ਔਰ ਕਿੰਨਾ ਬੇਸ਼ਕੀਮਤੀ ਹੈ। ਔਰ ਇਸ ਦੇ ਨਾਲ ਨਾਲ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਇਸ ਨੂੰ ਸਫਲਿਆਂ ਕਿਵੇਂ ਕਰਨਾ, ਇਹ ਗਿਆਨ ਵੀ ਸਾਨੂੰ ਸਤਸੰਗਤ ਦੇ ਵਿੱਚੋਂ ਹੀ ਹਾਸਲ ਹੁੰਦਾ। ਜਿਹੜੇ ਇੰਨੇ ਕੀਮਤੀ ਸਵਾਸ ਮਿਲੇ ਹੈ, ਉਹਨਾਂ ਨੂੰ ਸਫਲ ਕਿਵੇਂ ਕਰਨਾ, ਇਹ ਸਾਰਾ ਗਿਆਨ ਸਾਨੂੰ ਸਤਸੰਗਤ ਦੇ ਵਿੱਚੋਂ ਹੀ ਮਿਲਦਾ ਹੈ। ਸਵਾਸ ਕਿਵੇਂ ਸਫਲੇ ਹੁੰਦੇ ਹੈ, ਮਨੁੱਖਾ ਦੇਹ ਕਿਵੇਂ ਸਫਲੀ ਹੁੰਦੀ ਹੈ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਾਨੂੰ ਸਾਰੀ ਸੋਝੀ ਬਖਸ਼ਿਸ਼ ਕੀਤੀ ਹੈ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਆ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਪਾਪ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜਿਉ ਪਿਆ ਤਉ ਸਰਣੀ। ਪੈਰ ਤਾਂ ਸਫਲੇ ਹੁੰਦੇ ਆ ਜਿਹੜੇ ਇੰਨੇ ਬੇਸ਼ਕੀਮਤੀ ਸਾਨੂੰ, ਜਿਨ੍ਹਾਂ ਪੈਰਾਂ ਨਾਲ ਤੁਰ ਤੁਰ ਕੇ ਦੁਨੀਆ ਦੇ ਕਾਰੋਬਾਰ, ਦੁਨੀਆ ਦੀ ਯਾਤਰਾ, ਦੁਨੀਆ ਦੇ ਸੁੱਖ ਪ੍ਰਾਪਤ ਕਰਦੇ ਹਾਂ। ਇਹ ਪੈਰ ਤਾਂ ਸਫਲੇ ਹੈ ਜੇ ਇਹਨਾਂ ਪੈਰਾਂ ਨਾਲ ਤੁਰ ਕੇ ਗੁਰੂ ਦੀ ਹਜ਼ੂਰੀ ਵਿੱਚ ਸਤ ਸੰਗਤ ਦੇ ਵਿੱਚ ਆਇਆ ਜਾਵੇ। ਜਿਹੜਾ ਇੱਕ ਇੱਕ ਕਦਮ ਗੁਰੂ ਦੀ ਹਜ਼ੂਰੀ ਵਿੱਚ ਚੱਲ ਕੇ ਆਉਂਦਾ ਹੈ, ਉਹਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਫਲਾ ਹੋ ਜਾਂਦਾ ਹੈ। ਫਿਰ ਇਹ ਪੈਰ ਸਫਲੇ ਨਹੀਂ ਬਲਕਿ ਸੋਭਨੀਕ ਬਣ ਜਾਂਦੇ ਹੈ। ਪਾਪ ਸੁਹਾਵੇ ਜਾਂ ਤੋਂ ਧੁਰ ਜੁਲਦੇ। ਔਰ ਇਸੇ ਤਰ੍ਹਾਂ ਸੀਸ ਸੁਹਾਵਾ ਚਰਣੀ, ਜਿਹੜਾ ਸਿਰ ਹੈ
ਇਹ ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਝੁਕਦਾ ਹੈ, ਮਸਤਕ ਧਰਤੀ ਤੇ ਲੱਗਦਾ ਹੈ, ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ ਜੀਵ, ਉਦੋਂ ਇਹ ਸਿਰ ਸਫਲਾ ਹੋ ਜਾਂਦਾ, ਸੋਭਨੀਕ ਬਣ ਜਾਂਦਾ ਹੈ। ਵਿਦਵਾਨਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ। ਹਸਤੋ ਪਵਿੱਤਰੋ ਯਦਿ ਦਾਨ ਪੁੰਨਯੰ, ਪਾਵੋ ਪਵਿੱਤਰੋ ਯਦਿ ਤੀਰਥ ਯਾਤਰਾ, ਵਾਕਿਅੰ ਪਵਿੱਤਰੰ ਯਦਿ ਰਾਮ ਨਾਮੰ, ਹਿਰਦਿਅੰ ਪਵਿੱਤਰੰ ਯਦਿ ਬ੍ਰਹਮ ਨੇਸ਼ਟਾ। ਉਹ ਕਹਿੰਦੇ ਐ ਬੰਦੇ, ਤੇਰੇ ਪੈਰ ਉਦੋਂ ਸਫਲੇ ਹੁੰਦੇ ਐ, ਪਵਿੱਤਰ ਤੋਂ ਪਵਿੱਤਰ ਹੁੰਦੇ ਐ, ਜਦੋਂ ਤੂੰ ਗੁਰਤੀਰਥ ਦੀ ਯਾਤਰਾ ਕਰਨ ਜਾਂਦਾ ਹੈ। ਸਤ ਸੰਗਤ ਜੀ, ਤੀਰਥਾਂ ਦੀ ਮਹਾਨਤਾ ਕਿਉਂ ਹੋਈ ਹੈ? ਉਹ ਥਾਵਾਂ ਤੀਰਥ ਕਿਵੇਂ ਬਣੀਆਂ ਜਿਨ੍ਹਾਂ ਉੱਤੇ ਦੁਨੀਆ ਜਾ ਕੇ ਨਤਮਸਤਕ ਹੁੰਦੀ ਹੈ? ਕਿਉਂਕਿ ਜਦੋਂ ਕਿਸੇ ਧਰਤੀ ਦੇ ਉੱਤੇ ਬੈਠ ਕੇ ਕਿਸੇ ਵਾਹਿਗੁਰੂ ਦੇ ਪਿਆਰੇ ਨੇ ਨਾਮ ਜਪਿਆ, ਉਹ ਧਰਤੀ ਪਵਿੱਤਰ ਹੋ ਗਈ। ਪਵਿੱਤਰ ਹੋਈ ਧਰਤੀ ਨੂੰ ਤੀਰਥ ਦਾ ਰੁਤਬਾ ਦਿੱਤਾ ਜਾਂਦਾ ਹੈ। ਤੀਰ ਨਾਮ ਜਲ ਦਾ ਵੀ ਹੈ। ਜਿਵੇਂ ਜਲ ਤੁਹਾਡੇ ਸਰੀਰ ਨੂੰ ਪਵਿੱਤਰ ਕਰ ਦਿੰਦਾ ਹੈ, ਇਸੇ ਤਰ੍ਹਾਂ ਜਿਸ ਜਗ੍ਹਾ ਤੇ, ਜਿਸ ਧਰਤੀ ਤੇ ਵਾਹਿਗੁਰੂ ਦਾ ਪਿਆਰਾ ਬੈਠ ਕੇ ਨਾਮ ਜਪਦਾ ਹੈ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਔਰ ਉਸ ਪਵਿੱਤਰ ਹੋਈ ਧਰਤੀ ਨੂੰ ਤੀਰਥ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, 68 ਤੀਰਥ ਜਹ ਸਾਧ ਪਗ ਧਰ ਹੈ, ਤਹ ਬੈਕੁੰਠ ਜਹ ਨਾਮ ਉਚਰ ਹੈ। ਜਿੱਥੇ ਪੂਰਨ ਸਾਧੂ ਵਾਹਿਗੁਰੂ ਦੇ ਵਿੱਚ ਅਭੇਦ ਆਤਮਾ ਆਪਣਾ ਕਦਮ ਰੱਖ ਦਿੰਦੀ ਹੈ, ਉਹ ਧਰਤੀ 68 ਤੀਰਥਾਂ ਦੀ ਤਰ੍ਹਾਂ ਪਵਿੱਤਰ ਬਣ ਜਾਂਦੀ ਹੈ। 68 ਤੀਰਥਾਂ ਦੀ ਤਰ੍ਹਾਂ ਉਹ ਧਰਤੀ ਤੀਰਥ ਦਾ ਰੁਤਬਾ ਪ੍ਰਾਪਤ ਕਰ ਜਾਂਦੀ ਹੈ। ਜਿੱਥੇ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਧਰਤੀ ਬੈਕੁੰਠ ਬਣ ਜਾਂਦੀ ਹੈ। ਇਸ ਕਰਕੇ ਤੀਰਥ ਤੇ ਜਾਣ ਨਾਲ ਪਾਪੀ ਬੰਦੇ ਵੀ ਪਵਿੱਤਰ ਹੋ ਜਾਂਦੇ ਹੈ। ਗੁਰਬਾਣੀ ਵਿੱਚ ਵੀ ਜ਼ਿਕਰ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਅਸਲੀ ਤੀਰਥ ਕੀ ਹੈ? ਨਾਮ ਹੀ ਸਭ ਤੋਂ ਵੱਡਾ ਤੀਰਥ ਹੈ। ਪਰ ਸਾਧ ਸੰਗਤ ਜੀ, ਇਹ ਨਾਮ ਰੂਪ ਤੀਰਥ ਕਿੱਥੋਂ ਪ੍ਰਾਪਤ ਹੁੰਦਾ? ਇਹ ਸਤ ਸੰਗਤ ਦੇ ਵਿੱਚੋਂ ਚੱਲ ਕੇ ਆਉਣ ਨਾਲ ਪ੍ਰਾਪਤ ਹੁੰਦਾ। ਇਸ ਕਰਕੇ ਇਹਨਾਂ ਪੈਰਾਂ ਨਾਲ ਚੱਲ ਕੇ ਜਦੋਂ ਸਤ ਸੰਗਤ ਵਿੱਚ ਜਾਵਾਂਗੇ ਨਾ, ਗੁਰੂ ਰੂਪ ਤੀਰਥ ਉੱਤੇ ਚੱਲ ਕੇ ਨਿਵਾਸ ਕਰਾਂਗੇ। ਜਿੱਥੇ ਜਿੱਥੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਸ ਥਾਂ ਨੂੰ ਗੁਰ ਤੀਰਥ ਦਾ ਰੁਤਬਾ ਹੈ। ਇਤਿਹਾਸਕ ਤੌਰ ਤੇ ਜਿਵੇਂ ਸਭ ਤੋਂ ਸ਼੍ਰੋਮਣੀ ਜਿੰਨੇ ਵੀ ਇਸ ਮਾਤ ਲੋਕ ਦੇ ਤੀਰਥ ਹਨ, ਸਾਰਿਆਂ ਤੋਂ ਸ਼੍ਰੋਮਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਰੁਤਬਾ ਪ੍ਰਾਪਤ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਉਹ ਤੀਰਥ ਰਾਜ ਦਾ ਰੁਤਬਾ ਪ੍ਰਾਪਤ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਡਿਠੇ ਸਭੇ ਥਾਪ ਨਹੀਂ ਤੁਧ ਜੇ ਹਿਆ, ਬੱਧੋ ਪੁਰਖ ਵਿਧਾਤਾ ਤਾ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ। ਸਤਿਗੁਰੂ ਜੀ ਫਰਮਾਨ ਕਰਦੇ ਹੈ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਲੈ ਜਾਂਦੇ ਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਇਤਿਹਾਸਕ ਗੁਰ ਤੀਰਥ ਹਨ। ਔਰ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹ ਸਾਰੀਆਂ ਥਾਵਾਂ ਹੀ ਗੁਰ ਤੀਰਥ ਦਾ ਰੁਤਬਾ ਰੱਖਦੀਆਂ ਹਨ। ਇਸ ਕਰਕੇ ਗੁਰ ਤੀਰਥ ਤੇ ਆਉਣ ਨਾਲ ਇੱਕ ਇੱਕ ਕਦਮ ਚੱਲਿਆ ਹੋਇਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਿੰਨਾ ਵੱਡਾ ਫਲ ਦੱਸਿਆ
ਕਹਿੰਦੇ ਇੱਕ ਇੱਕ ਕਦਮ ਦਾ ਪੈਂਡਾ। ਮੰਨ ਲਓ ਆਪਾਂ ਟਾਂਡੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਜਾਣਾ ਹੈ। ਰਸਤੇ ਦੇ ਵਿੱਚ ਵੱਖ-ਵੱਖ ਥਾਂ ਦੇ ਪੜਾਅ ਬਣੇ ਹੋਏ ਆ, ਵੱਖ-ਵੱਖ ਅੱਡੇ ਆਉਂਦੇ ਆ। ਜਦੋਂ ਬੰਦਾ ਇੱਕ ਪੜਾਅ ਤੈਅ ਕਰਦਾ ਤਾਂ ਉਸ ਨੂੰ ਇੱਕ ਪੈਂਡਾ ਕਿਹਾ ਜਾਂਦਾ ਹੈ। ਜਾਂ ਇੱਕ ਰਸਤੇ ਦੇ 4 ਹਿੱਸੇ ਬਣਾ ਲਓ ਤਾਂ 4 ਵਿੱਚੋਂ ਇੱਕ ਹਿੱਸਾ ਜਦੋਂ ਤੁਰਦਿਆਂ ਤੈਅ ਹੋ ਜਾਏ, 3 ਹਿੱਸੇ ਰਹਿ ਜਾਣ ਤਾਂ ਕਹਿ ਦੇਈਦਾ ਵੀ ਇੱਕ ਪੈਂਡਾ ਮੁੱਕ ਗਿਆ, ਇੱਕ ਪੈਂਡਾ ਤੈਅ ਕਰ ਲਿਆ। ਕਹਿੰਦੇ ਜੇ ਇਹੋ ਜਿਹਾ ਇੱਕ ਪੈਂਡਾ, ਇੱਕ ਪੜਾਅ ਗੁਰੂ ਵੱਲ ਚੱਲ ਕੇ ਤੁਰਦਿਆਂ ਤੁਰਦਿਆਂ ਤੈਅ ਕੀਤਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਵੱਲ ਨੂੰ ਚੱਲ ਕੇ ਤੁਸੀਂ ਲੱਖਾਂ ਕਦਮ ਤੁਰੇ ਹੋ ਤੇ ਗੁਰੂ ਕਰੋੜਾਂ ਕਦਮ ਤੁਹਾਨੂੰ ਅੱਗੋਂ ਲੈਣ ਵਾਸਤੇ ਆਉਂਦੇ ਆ। ਇੰਨਾ ਸਨਮਾਨ, ਇੰਨਾ ਸਤਿਕਾਰ ਗੁਰ ਤੀਰਥ ਤੇ ਆਉਣ ਨਾਲ, ਇਹਨਾਂ ਕਦਮਾਂ ਨਾਲ ਤੁਰ ਕੇ ਆਉਣ ਨਾਲ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਹਸਤੋ ਪਵਿੱਤਰੋ ਯਦਿ ਦਾਨ ਪੁੰਨਯੰ, ਪਾਵੋ ਪਵਿੱਤਰੋ ਯਦਿ ਤੀਰਥ ਯਾਤਰਾ। ਇਹ ਪੈਰ ਤਾਂ ਪਵਿੱਤਰ ਹੁੰਦੇ ਆ ਜੇ ਚੱਲ ਕੇ ਗੁਰੂ ਦੀ ਹਜ਼ੂਰੀ ਵਿੱਚ ਇਹਨਾਂ ਦੁਆਰਾ ਆਇਆ ਜਾਂਦਾ ਹੈ। ਔਰ ਹੱਥ ਤਾਂ ਪਵਿੱਤਰ ਹੁੰਦੇ ਆ ਜੇ ਹੱਥਾਂ ਨਾਲ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਕੇ ਉਸ ਮਾਇਆ ਨੂੰ ਸੰਗਤ ਦੀ, ਗੁਰੂ ਦੀ ਸੇਵਾ ਦੇ ਵਿੱਚ ਲਾਇਆ ਜਾਵੇ। ਹੱਥੀਂ ਧਰਮ ਦੀ ਕਮਾਈ ਦਾ ਦਾਨ ਦਿੱਤਾ ਜਾਵੇ। ਚੋਰੀ ਜਾਰੀ ਠੱਗੀ ਧੋਖਾ ਕਰਕੇ ਦਾਨ ਦੇਣਾ ਇਹ ਤਾਂ ਪਾਪ ਹੈ। ਪਾਪ ਦੀ ਕਮਾਈ ਦਾ ਦਾਨ ਨਹੀਂ ਕਦੇ ਵੀ ਦੇਣਾ, ਧਰਮ ਦੀ ਕਿਰਤ ਵਿੱਚੋਂ ਦਾਨ ਦੇਣਾ। ਸਾਧ ਸੰਗਤ ਜੀ, ਧਰਮ ਦੀ ਨੀਂਹ ਜਿਹੜੀ ਹੈ ਨਾ, ਜਿੱਥੇ ਉਹ ਧਰਮ ਦੇ ਅਸੂਲਾਂ ਦੇ ਉੱਤੇ ਖੜੀ ਹੈ, ਉੱਥੇ ਪਵਿੱਤਰ ਕਮਾਈ ਦੇ ਉੱਤੇ ਵੀ ਨਿਰਭਰ ਕਰਦੀ ਹੈ। ਜਿਹੜੀ ਦਸਾਂ ਨੌਹਾਂ ਦੀ ਧਰਮ ਦੀ ਪਵਿੱਤਰ ਕਿਰਤ ਹੈ ਨਾ, ਜਿੱਥੇ ਉਹ ਕਮਾਈ ਲੱਗਦੀ ਹੈ ਨਾ, ਜਾਂ ਜਿਸ ਮੁਖ ਦੇ ਵਿੱਚ ਵੀ ਐਸਾ ਦਿੱਤਾ ਹੋਇਆ ਦਾਨ ਪੈਂਦਾ ਲੰਗਰ ਦੇ ਪ੍ਰਸ਼ਾਦੇ ਦੇ ਰੂਪ ਵਿੱਚ, ਉਹ ਖਾਣ ਵਾਲੀਆਂ ਆਤਮਾਵਾਂ ਵੀ ਪਵਿੱਤਰ ਹੋ ਜਾਂਦੀਆਂ ਹਨ। ਪਾਪੀ ਹਿਰਦੇ ਵੀ ਪੁੰਨੀ ਬਣ ਜਾਂਦੇ ਆ। ਇੱਕ ਬੜੀ ਸੁੰਦਰ ਉਦਾਹਰਣ ਆਉਂਦੀ ਹੈ। ਕੋਈ ਮਹਾਤਮਾ ਸਨ, ਉਹਨਾਂ ਨੇ ਸਾਧ ਸੰਗਤ ਜੀ ਆਪਣਾ ਲੰਮੇ ਸਮੇਂ ਦਾ ਅੰਨ ਖਾਣ ਦਾ ਵਰਤ ਰੱਖਿਆ ਹੋਇਆ ਸੀ ਕਿ ਮੈਂ ਇੰਨੇ ਸਾਲ ਅੰਨ ਦਾ ਸੇਵਨ ਨਹੀਂ ਕਰਨਾ ਔਰ ਮੈਂ ਇੰਨਾ ਚਿਰ ਆਪਣੇ ਜੀਵਨ ਵਿੱਚ ਵਰਤ ਰੱਖਣਾ ਹੈ। ਕਈ ਸਾਲ ਅੰਨ ਦਾ ਵਰਤ ਰੱਖਿਆ। ਜਦੋਂ ਸਮਾਂ ਆਇਆ ਵਰਤ ਉਪਾਰਨ ਕਰਨ ਦਾ, ਵਰਤ ਖੋਲਣ ਦਾ, ਤਾਂ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਇੰਨਾ ਚਿਰ ਬੜਾ ਕਠਿਨ ਤਪ ਕੀਤਾ ਹੈ, ਅੰਨ ਦਾ ਸੰਕੋਚ ਕੀਤਾ ਹੈ, ਪਰ ਅੱਜ ਜਿਹੜਾ ਅੰਨ ਖਾਣਾ, ਪਹਿਲੀ ਗਰਾਹੀ ਮੇਰੇ ਮੁਖ ਵਿੱਚ ਅੰਦਰ ਜਿਹੜੀ ਜਾਵੇ, ਉਹ ਕੋਈ ਬਹੁਤ ਪਵਿੱਤਰ ਤੇ ਨੇਕ ਆਤਮਾ ਦੇ ਹੱਥੋਂ ਦਸਾਂ ਨੌਹਾਂ ਦੀ ਧਰਮ ਦੀ ਕਮਾਈ ਦੇ ਅੰਨ ਦਾ ਹਿੱਸਾ ਮੇਰੇ ਮੁਖ ਦੇ ਵਿੱਚ ਜਾਣਾ ਚਾਹੀਦਾ। ਇਹ ਸੋਚ ਕੇ ਚੱਲ ਪਏ। ਚਲਦਿਆਂ ਚਲਦਿਆਂ ਇੱਕ ਉਦੋਂ ਕੱਚੇ ਰਸਤੇ ਹੁੰਦੇ ਸਨ। ਇੱਕ ਐਸੇ ਇਲਾਕੇ ਵਿੱਚ ਗਏ, ਕੀ ਵੇਖਦੇ ਆ, ਖੂਹ ਚੱਲ ਰਿਹਾ ਹੈ ਔਰ ਖੇਤਾਂ ਨੂੰ ਇੱਕ ਨੌਕਰ ਪਾਣੀ ਦੇ ਰਿਹਾ। ਦੂਸਰੇ ਪਾਸੇ ਇੱਕ ਜ਼ਿਮੀਂਦਾਰ ਨੇ ਹਲ ਜੋੜਿਆ, ਆਪਣਾ ਹਲ ਵਾਹ ਰਿਹਾ, ਖੇਤ ਦੀ ਵਹਾਈ ਕਰ ਰਿਹਾ ਹੈ। ਤੇ ਮਹਾਤਮਾ ਨੇ ਸੋਚ ਸੋਚ ਕੇ ਕਹਿੰਦੇ, ਇਹ ਜਿਹੜਾ ਜ਼ਿਮੀਂਦਾਰ ਹੈ ਨਾ, ਇਹ ਦਸਾਂ ਨੌਹਾਂ ਦੀ ਕਿਰਤ ਕਰ ਰਿਹਾ, ਧਰਮ ਦੀ ਕਿਰਤ ਕਰ ਰਿਹਾ। ਇਸ ਦੇ ਘਰ ਦੇ ਅੰਨ ਦਾ ਇੱਕ ਟੁਕੜਾ ਵੀ ਮੈਨੂੰ ਪ੍ਰਾਪਤ ਹੋ ਜਾਏ ਤਾਂ ਮੈਂ ਧਨਤਾ ਦੇ ਯੋਗ ਬਣ ਜਾਵਾਂਗਾ। ਇਹ ਸੋਚ ਕੇ ਹਲ ਵਾਹੁੰਦੇ ਹੋਏ ਜ਼ਿਮੀਂਦਾਰ ਦੇ ਪਾਸ ਗਿਆ ਔਰ ਹੱਥ ਜੋੜ ਕੇ ਜਦੋਂ ਜ਼ਿਮੀਂਦਾਰ ਦੇ ਪਾਸ ਖਲੋਤਾ ਤਾਂ ਜ਼ਿਮੀਂਦਾਰ ਨੇ
महात्मा जान के बड़ा सन्मान किया, सत्कार किया। कहन लगा जी इस वक्त तां चुकाउण वास्ते मेरे कोले जाली है, खूह वग रहा है, पुराने समय च खूह वगदे सन, ते प्रशादा थोड़ा समा उड़ीक करनी पएगी। मैं चाहुंदा हाँ कि मेरे घर दा रुखा मिस्सा प्रशादा भी तुसी छको। महात्मा कहन लगे मैनूं भुख लगी है, बड़े लंबे समय बाद मैं अज बरत दा उपारण करना, बरत खोलना है, मैं अन्न जरूर तेरे घर दा छकना चाहुंदा हाँ। वो कहन लगा जी तुसी बैठो, कुछ समा आराम करो, जदों प्रशादा घरों आएगा मैं तुहानूं बड़े प्रेम नाल छकाउणा चाहुंदा हाँ। कुछ समय बाद हाजरी दा प्रशादा घरों तैयार करके माई लैके आई। जिमींदार ने हथ पवित्र किए, महात्मा दे हथ पवित्र कराए, और जिहड़ा पहला प्रशादा सी वो महात्मा दे हथ ते रख के कहन लगा महाराज घर तो 3 प्रशादे आए सन, एक प्रशादा मेरा, एक मेरे नौकर दा, ये हाजरी दा प्रशादा है, एक प्रशादा वाधू कोई राही पांधी कोई आ जाए तो उस विचों मैं जरूर किसी ना किसी नूं छकाउंदा हाँ। ये वाहिगुरू ने परमेश्वर ने तुहाडी परारब्ध भेजी है, इस करके पहला प्रशादा तुसी छको, असी बाद विच छकांगे। महात्मा दे हथ उत्ते प्रशादा रखिया, नाल लूण रख दिता। महात्मा ने वाहिगुरू परमेश्वर अगे अरदास करके साध संगत जी वो तोड़ के पहली ग्राही जदों अपने मुख विच पाई ना, पाउंदियां सारी उस नूं दिव्य दृष्टि प्राप्त हो गई। एक ग्राही मूँह दे विच पाउंदियां सारी ऐसी दिव्य दृष्टि प्राप्त होई। उसे वक्त कहन लग पिया कि मैनू तां स्वर्ग लोक तक दे जिन्ने भी नज़ारे है, की स्वर्ग लोकां दे विच की सूखम मंडलों दे विच वरतारा वरत रहा है, कित्थे कित्थे की कुछ हो रहा, वो सारा मैनू फिल्म की तरह दिखाई देन लग पिया, वो दसन लग पिया। जदों इस तरह उन्हें 2-4 बचन किते, वो जिमींदार उठिया, उठ के उसने उहदी धौण ते हल्का जिहा मुक्का मारिया तो वह बुरकी बाहर कढ़ दिती। कहन लगा महात्मा मैं तो सोचिया सी तू बड़ा तपस्वी है, साधु लोग अजार वस्तु नूं जरन वाले हुंदे है, तू एक ग्राही खा के हजम नहीं कर सकिया, जिहड़ा मैं दसां नौहां दी किरत सदा ही करदा, सदा ही धर्म दे पथ ते चलदा, परमेश्वर दा नाम जपदा, ये अन्न रोजाना हत्थी तैयार करके दसां नौहां दी कमाई दा मैं आप छकदा, मेरे ते किन्नी क परमात्मा दी किरपा होएगी तू कदे अंदाजा लाया। तैनू अजर जरना चाहिदा, जे परमेश्वर दी कोई किरपा होई है तैनू दसन दी की लोड़ है। साधु ने हाथ जोड़ ले, कहन लगा है जिमींदार साधु तो असल मायनिਆਂ विच तू है, मैं नहीं। मैं बड़े लंबे समय तो यह साधन किया सी, अन्न का व्रत रखिया सी, पर तेरे पवित्र अन्न की एक ग्राही ने मेरी दिव्य दृष्टि खोल दी, मेरे उत्ते एडी वड्डी कृपा कर दी, तू धन है। एवें नहीं कहा जैसा अन्न तैसा मन। साध संगत जी जिहड़ी दसां नौहां दी धर्म की किरत है ना, धर्म की नहीं दसां नौहां दी धर्म की किरत उत्ते भी निर्भर है। जे पवित्र अन्न पवित्र खुराक तुहाडे हिरदे विच जाएगी ना, तुहाडा मन भी तुहाडा हिरदा भी पवित्र हो जाएगा। इस करके दसां नौहां दी धर्म की किरत विचों दान करना। कहंदे ये हथ तां पवित्र हुंदे है जे दसां नौहां दी धर्म की किरत विचों बंदा दान करदा। सारी जिंदगी दसां नौहां दी कमाई करके जिन्हां ने दान किया, उन्हां दे हस्त पवित्र तो पवित्र है।
ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ, ਇੱਕ ਵਾਰੀ ਉਹਨਾਂ ਦੇ ਪਾਸ ਦਿੱਲੀ ਦੇ ਬਹੁਤ ਵੱਡੇ ਵੱਡੇ ਧਨਾਢ ਸਿੱਖ ਆਏ, ਕਰੋੜਾਂ ਰੁਪਇਆ ਦੇ ਗਏ। ਔਰ ਕੁਝ ਦਿਨਾਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਉਹਨਾਂ ਦਿਨਾਂ ਵਿੱਚ ਸੇਵਾ ਲੱਗ ਰਹੀ ਸੀ, ਸੇਵਾ ਚੱਲ ਰਹੀ ਸੀ, ਸਰੋਵਰ ਦੀ ਕਾਰ ਸੇਵਾ ਹੋ ਰਹੀ ਸੀ। ਬਾਬਾ ਜੀ ਨੇ ਲਗਭਗ 1975 ਦੇ ਵਿੱਚ ਜਥੇਦਾਰ ਸੰਤੋਖ ਸਿੰਘ ਜੀ ਦੀ ਪ੍ਰੇਰਨਾ ਨਾਲ ਦਿੱਲੀ ਗੁਰਧਾਮਾਂ ਦੀ ਸੇਵਾ ਆਰੰਭ ਕਰਵਾਈ ਸੀ। ਔਰ ਪੰਜਾਬ ਤੋਂ ਸੇਵਾਦਾਰ ਅਗਰਾਹੀ ਕਰਕੇ ਕਣਕ ਦੀ ਦਿੱਲੀ ਵਿਖੇ ਲੈ ਕੇ ਗਏ। ਔਰ ਉਸ ਤੋਂ ਬਾਅਦ ਜੋ ਕੁਝ ਮਾਇਆ ਸੀ ਉਹ ਬਾਬਾ ਜੀ ਦੇ ਅੱਗੇ ਰੱਖੀ। ਬਾਬਾ ਜੀ ਨੇ ਉਹ ਮਾਇਆ ਬੜੇ ਸਤਿਕਾਰ ਨਾਲ ਆਪਣੇ ਕੋਲੇ ਲੈ ਕੇ ਰੱਖੀ। ਉਹ ਜਿਹੜੇ ਧਨਾਢ ਸ਼ਾਹੂਕਾਰ ਸਨ, ਵੱਡੇ ਵੱਡੇ ਮਾਇਆਧਾਰੀ ਸਿੱਖ, ਉਹ ਬਾਬਾ ਜੀ ਵੱਲ ਵੇਖ ਕੇ ਕਹਿਣ ਲੱਗੇ, ਬਾਬਾ ਜੀ ਅਸੀਂ ਮਾਇਆ ਦਿੱਤੀ, ਸਾਡੀ ਮਾਇਆ ਦਾ ਇੰਨਾ ਸਤਿਕਾਰ ਨਹੀਂ ਕੀਤਾ ਜਿੰਨਾ ਪੰਜਾਬ ਚੋਂ ਆਈ। ਇਸ ਮਾਇਆ ਦਾ ਬੜਾ ਤੁਸੀਂ ਆਪਣੇ ਸੀਨੇ ਦੀ ਕੁੜਤੀ ਦੀ ਜੇਬ ਦੇ ਵਿੱਚ ਪਾ ਕੇ ਬੜਾ ਸੰਭਾਲ ਕੇ ਰੱਖੀ, ਮਾਇਆ ਵੀ ਥੋੜੀ ਜਿਹੀ ਸੀ। ਬਾਬਾ ਜੀ ਕਹਿਣ ਲੱਗੇ, ਤੁਸੀਂ ਜੋ ਦੰਨੇ ਹੋ ਨਾ, ਇਹ ਸਾਰੀ ਸੁਆਹ ਹੈ। ਕਹਿੰਦੇ ਸੁਆਹ ਸਾਰੀ, ਕਹਿੰਦੇ ਇਹ ਜਿਹੜੀ ਮਾਇਆ ਨਾ ਅਸਲੀ, ਇਹ ਮਾਇਆ ਅਸਲੀ ਸੀਮੈਂਟ ਹੈ। ਕਹਿੰਦੇ ਇਹ ਮਾਇਆ ਦਾ ਇੱਕ ਇੱਕ ਤਿਲ ਜਦੋਂ ਤੁਹਾਡੀ ਸੁਆਹ ਵਿੱਚ ਰਲਾਈ ਦਾ ਨਾ, ਤਾਂ ਇਹ ਇੰਨਾ ਮਜ਼ਬੂਤ ਹੋ ਜਾਂਦਾ ਕਿ ਤੁਹਾਡੀ ਸੁਆਹ ਵੀ ਸਫਲੀ ਹੋ ਜਾਂਦੀ ਹੈ ਗੁਰਧਾਮਾਂ ਤੇ ਲੱਗ ਕੇ। ਕਹਿੰਦੇ ਦਸਾਂ ਨਹੁੰ ਦੀ ਕਮਾਈ ਦਾ ਐਡਾ ਵੱਡਾ ਸਤਿਕਾਰ, ਐਡਾ ਵੱਡਾ ਸਨਮਾਨ। ਕਹਿੰਦੇ ਜਿਹੜੇ ਗੁਰਧਾਮ ਹੈ, ਗੁਰਸਥਾਨ ਹੈ ਨਾ, ਜੇ ਤੁਹਾਡੀ ਮਾਇਆ ਨਾਲ ਬਣਾ ਦਈਏ ਨਾ ਸਾਰੇ ਦੇ ਸਾਰੇ, ਤੇ ਕੁਝ ਸਾਲਾਂ ਬਾਅਦ ਹੀ ਕਰਕੇ ਢਹਿ ਜਾਣਗੇ। ਇਹ ਦਸਾਂ ਨਹੁੰ ਦੀ ਕਮਾਈ ਵਾਲਿਆਂ ਦੀ ਕਮਾਈ ਦੀ ਤਾਕਤ ਕਰਕੇ ਕਹਿੰਦੇ ਸਦੀਆਂ ਤੱਕ ਇਹਨਾਂ ਦੀ ਪੁਖਤਾ ਮਜ਼ਬੂਤੀ, ਇਹਨਾਂ ਦੀ ਹੋਂਦ, ਇਹਨਾਂ ਦੀ ਉਸਾਰੀ ਬਣੀ ਰਹੇ। ਸੋ ਸਾਧ ਸੰਗਤ ਜੀ, ਮਹਾਂਪੁਰਖ ਬੜਾ ਸੁੰਦਰ ਉਦਾਹਰਣ ਦੇ ਕੇ ਕਹਿੰਦੇ, ਕੱਚ ਵਿੱਚ ਕਹਿੰਦੇ ਮਿੱਟੀ ਵਿੱਚ ਕਹਿੰਦੇ ਸੋਨਾ ਰਲਾ ਰਲਾ ਕੇ ਲਾਈਦਾ, ਤਾਂ ਕਿਤੇ ਜਾ ਕੇ ਗੁਰੂ ਘਰ ਦੀਆਂ ਬਿਲਡਿੰਗਾਂ ਸੰਪੂਰਨ ਹੁੰਦੀਆਂ ਹਨ। ਸੋ ਦਸਾਂ ਨਹੁੰ ਦੀ ਕਮਾਈ ਦਾ, ਸਾਧ ਸੰਗਤ ਦੀ ਧਰਮ ਦੀ ਕਮਾਈ ਦਾ ਐਡਾ ਵੱਡਾ ਫਲ ਹੈ। ਸੋ ਦਸਾਂ ਨਹੁੰ ਦੀ ਧਰਮ ਦੀ ਕਿਰਤ ਵਿੱਚੋਂ ਇੱਕ ਇੱਕ ਪੈਸਾ ਤੁਸੀਂ ਦਿਓਗੇ, ਦਾਨ ਕਰੋਗੇ, ਤੁਹਾਡਾ ਉਹ ਦਿੱਤਾ ਦਾਨ ਵੀ ਸਫਲਾ, ਤੇ ਜਿੱਥੇ ਲੱਗੇਗਾ ਉਹ ਜਗ੍ਹਾ ਵੀ ਸਫਲੀ, ਜਿਹਦੇ ਮੁਖ ਵਿੱਚ ਪਏਗਾ ਉਹ ਵੀ ਸਫਲਾ ਹੋ ਜਾਏਗਾ। ਜੇ ਤੁਸੀਂ ਲੰਗਰ ਛਕਾਓਗੇ ਉਸ ਦਸਾਂ ਨਹੁੰ ਦੀ ਕਿਰਤ ਵਿੱਚੋਂ, ਜਿਹੜਾ ਛਕੇਗਾ ਨਾ, ਉਹਦੀ ਜ਼ਬਾਨ ਵੀ ਪਵਿੱਤਰ, ਉਹਦੇ ਨੇਤਰ ਵੀ ਪਵਿੱਤਰ, ਉਹਦੇ ਕੰਨ ਵੀ ਪਵਿੱਤਰ, ਉਹਦਾ ਹਿਰਦਾ ਵੀ ਪਵਿੱਤਰ। ਸ਼ੁੱਧ ਹਿਰਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਵਸਦਾ, ਨਾਮ ਟਿਕਦਾ ਹੈ। ਜਿੰਨਾ ਚਿਰ ਸੰਗਤ ਜੀ ਹਿਰਦਾ ਸ਼ੁੱਧ ਨਹੀਂ ਨਾ ਹੁੰਦਾ, ਉਨਾ ਚਿਰ ਨਾਮ ਨਹੀਂ ਹਿਰਦੇ ਵਿੱਚ ਵਸਦਾ। ਜਿੰਨਾ ਮਰਜੀ ਸਾਧਨ ਕਰੀ ਜਾਵੇ, ਕਰੀ ਜਾਵੇ। ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਇਹ ਮਤ, ਇਹ ਬੁੱਧੀ, ਇਹ ਅੰਤःਕਰਨ ਹਿਰਦਾ ਪਾਪਾਂ ਦੀ ਕੁਸੰਗਤ ਕਰਕੇ ਮਲੀਨ ਹੋ ਚੁੱਕਾ ਹੈ। ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੀ ਸੰਗਤ ਸੰਤ ਬਾਬਾ ਬਲਵੰਤ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਨੇ ਉਹਨਾਂ ਦੀ ਸੰਗਤ ਕੀਤੀ। ਔਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ, ਉਹ ਆਪ ਸਿੰਘਾਂ ਨੂੰ ਕੋਲੇ ਬਿਠਾ ਕੇ ਸਿਮਰਨ ਦਾ ਅਭਿਆਸ ਕਰਵਾਇਆ ਕਰਦੇ ਸਨ। ਉਹਨਾਂ ਦੀ ਸੰਗਤ ਕਰਨ ਵਾਲੇ ਸਿੰਘਾਂ ਨੇ ਦੱਸਿਆ ਕਿ ਬਾਬਾ ਜੀ ਇਹ ਬਚਨ ਕਿਹਾ ਕਰਦੇ ਸਨ ਕਿ ਭਾਈ, ਇਸ ਅਭਿਆਸ ਦੇ ਨਾਲ ਤੁਹਾਡੇ ਕੋਲੋਂ ਗੁਰੂ ਘਰ ਦੀ ਸੇਵਾ ਕਿਉਂ ਕਰਾਈ ਦੀ ਹੈ ਕਿ ਤੁਹਾਡਾ ਸਰੀਰ, ਤੁਹਾਡਾ ਮਨ, ਤੁਹਾਡਾ ਹਿਰਦਾ ਸ਼ੁੱਧ ਹੋ ਜਾਏ। ਜੇ ਹੱਥਾਂ ਨਾਲ ਜੂਠੇ ਭਾਂਡੇ ਮਾਂਜੋਗੇ, ਪ੍ਰਸ਼ਾਦਾ ਪਕਾਉਂਗੇ, ਤਾਂ ਇਹ ਪਾਪਾਂ ਤੋਂ ਰਹਿਤ ਸਰੀਰ ਹੋ ਜਾਂਦਾ ਹੈ।
उपासना साधन दे जेड़े कर्म है ना साध संगत जी, उन्हां दे विच कर्म उपासना ज्ञान दा वर्णन आउंदा कि उपासना तो पहला निष्काम कर्म करन दी सिक्ख्या दित्ती जांदी है कि निष्काम कर्म करदियां करदियां हिरदा शुद्ध हुंदा है। कामना तो हर एक दे अंदर है, सेवा थोड़ी मांगन बहुता, मैल न पावे कह तो बहुता। महापुरख संत बाबा करतार सिंह जी खालसा पिंडरां वाले बड़े सोहने विनोद दे बचन सुनाया करते सन। कहंदे बई ऐसे भी मनुख होंदे है, गंढा दे के संढा मंग लेंदे है, थेली दे के हवेली मंग लैनी। भाव थोड़ी सेवा करनी ते दात ज़्यादा मंग लैनी, दात वड्डी मंगनी ते साधन थोड़ा होना जीवन दे विच। इस करके कामना जिहड़ियां ना, सकाम जिहड़ा मन है जिहदे अंदर कामनावां दा प्रवाह चल रहा है, वो मन कदे एकागर नहीं हो सकता। एक एक श्वास विच किन्नियां कामनावां वसदियां हन, आपां अंदाजा नहीं ला सकते। एक साह विच सैकड़े फुरने साडे चलते हैं, वो फिर अगे तो अगे कामनावां दा रूप धारण कर जाते हैं। सकाम साधन करदियां होया मन लो चलो आपां मन विच इच्छा कर ली कि महाराज आ इच्छा पूरी कर दिओ, मैं इन्ने पाठ श्री जपजी साहिब दे करांगा। सतगुरु इच्छा पूरी कर दिंदे, ਜਾਂ मैं इन्ने दिन सेवा करांगा मेरी आ इच्छा पूरी हो जाए। सेवा करदियां करदियां सतगुरु की सेवा सफल है, जे को करे चित लाए, मन चिंदिया फल पावना होमै विचों जाए। सतगुरु की सेवा कीती इन्नी महान है, सैत फलों के फल देण वाली है कि जो इच्छा करके सेवा कर लवे उही दात प्राप्त हो जाती है। मन इच्छित दातां मिल जांदियां, गुरु घर दा नाम जप के बाणी पढ़ के सेवा करके। पर जिहड़ा कामना वाला सकामी हिरदा ना, उहदे अंदर एकाग्रता नहीं कदे बनदी। शुद्ध हिरदे विच ही मन की एकाग्रता बनदी है। इस करके कामनावां दी निवृत्ति तो बिना जिन्ना चिर निष्काम कर्म नहीं करदा, अंतःकरण जिहड़ा हिरदा वो शुद्ध नहीं हुंदा। इस करके साधक पुरुषां नूं निष्काम कर्म करन वास्ते दस्सिया जांदा सी। जिन्नी भी सेवा करनी कोई इच्छा नहीं रखनी मन विच। भगवान कृष्ण जी गीता विच कहंदे आ, ऐ अर्जन तू जीवन विच कर्म कर, पर कर्म दे फल दी इच्छा दा त्याग कर। जिहड़ा शुभ कर्म करना ना, ਉਹਦੇ फल की इच्छा नहीं रखनी मन विच कि मैं आ सेवा की, इन्ना दान किया, मैनू इहदा ये फल मिले, ये इच्छा नहीं करनी। अपना कर्तव्य समझ के कर्म करना, शुभ कर्म करना, दान भी देना कि मेरा फर्ज है, मैं दसा नौहों की धर्म की किरत की है, परमेश्वर ने मैनू मनुखा जीवन दिता, मैं ये कमाई सफली करने वास्ते सेवा कर रहा। पर इच्छा ना मन विच रखे कोई। सेवा करत हुए निहकामी, निष्काम मन विच भावना रखनी। बाणी पढ़दियां सिमरन करदियां काहू फल की इच्छा नहीं बाछै, केवल भगत कीर्तन संग राचै। किसी फल की इच्छा नहीं रखनी। निष्काम गुरबाणी का अभ्यास करना, सिमरन का अभ्यास करना, निष्काम। साध संगत जी परमेश्वर किड्डा वड्डा महान है। तुसी तां सोचते हो कि असी महीनियां बधी सेवा जां जप तप कर रहे हैं, सानू आ फल मिले। परमेश्वर तां एडा वड्डा दयालु है। पतत पावन हर बिरद सदा, एक तिल नहीं भन्ना घाले। तिल जिन्नी घालना कीती होई भी परमेश्वर अजाई नहीं जान दिंदा। तिल जिन्नी भी जे कमाई की है ना, तिल जिन्ना भी दान दिता धर्म की कमाई विचों, तिल जिन्ना भी जे नाम जपिया ना, वाहिगुरू उहदा भी फल दिंदा। फल प्रदाता उहनूं कहा कि फल दिंदा तुहानूं। जो भी शुभ कर्म करदे हो
ਉਹਦਾ ਫਲ ਵਾਹਿਗੁਰੂ ਪਰਮੇਸ਼ਰ ਦਿੰਦਾ ਹੀ ਦਿੰਦਾ, ਕਦੇ ਖਾਲੀ ਨਹੀਂ ਰਹਿਣ ਦਿੰਦਾ। ਇਸ ਕਰਕੇ ਫਲ ਦੀ ਇੱਛਾ ਤੋਂ ਰਹਿਤ ਹੋ ਕੇ ਨਿਸ਼ਕਾਮ ਹੋ ਕੇ ਸਾਧਨ ਕਰਨਾ, ਇਹਦੇ ਨਾਲ ਅੰਤःਕਰਨ ਦੀ ਸ਼ੁੱਧੀ ਹੁੰਦੀ ਹੈ। ਭਰੀਆ ਮਤ ਪਾਪਾਂ ਕੈ ਸੰਗੇ ਬੁੱਧੀ, ਇਹ ਮਤ, ਇਹ ਅੰਤःਕਰਨ ਜਿਹੜਾ ਪਾਪਾਂ ਦੀ ਕੁਸੰਗਤ ਕਰਕੇ ਭਰਿਆ ਪਿਆ ਹੈ, ਇਹ ਧੋਤਾ ਜਾਂਦਾ, ਨਿਰਮਲ ਹੋ ਜਾਂਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੂ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੂ। ਕਹਿੰਦੇ ਮਨ ਇੰਨਾ ਪਾਪਾਂ ਨਾਲ ਮੈਲਾ ਹੋ ਚੁੱਕਾ ਹੈ, ਕੋਲੂ ਨੂੰ ਸਾਫ਼ ਕਰਨ ਵਾਲੀ ਲੀਰ ਨੂੰ 100 ਧੋ ਵੀ ਪਾਈਏ ਤਾਂ ਵੀ ਉਹ ਚਿੱਟੀ ਉਜਲ ਨਹੀਂ ਹੁੰਦੀ, ਸਫੈਦ ਨਹੀਂ ਹੁੰਦੀ, ਕਿਉਂਕਿ ਉਹਦੇ ਰੇਸ਼ੇ ਰੇਸ਼ੇ ਵਿੱਚ ਮੈਲ ਭਰ ਚੁੱਕੀ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਅੰਤःਕਰਨ ਵੀ ਪਾਪਾਂ ਦੀ ਕੁਸੰਗਤ ਕਰਕੇ ਭਰ ਚੁੱਕਾ ਹੈ। ਇਹ ਨਿਸ਼ਕਾਮ ਸਾਧਨ, ਨਿਸ਼ਕਾਮ ਸੇਵਾ, ਨਿਸ਼ਕਾਮ ਦਾਨ, ਨਿਸ਼ਕਾਮ ਜਪ ਤਪ ਕਰਕੇ ਜਦੋਂ ਬੁੱਧੀ ਨਿਰਮਲ ਹੋ ਜਾਂਦੀ ਹੈ, ਫਿਰ ਇਹਦੇ ਵਿੱਚ ਇਕਾਗਰਤਾ ਪੈਦਾ ਹੁੰਦੀ ਹੈ, ਮਨ ਜੁੜਨ ਲੱਗ ਜਾਂਦਾ। ਆਪਾਂ ਮਹਾਂਪੁਰਸ਼ਾਂ ਕੋਲੇ ਆ ਕੇ ਤੁਸੀਂ ਵੀ ਸਵਾਲ ਕਰਦੇ ਹੋ ਕਿ ਮਹਾਰਾਜ ਬਾਣੀ ਪੜ੍ਹੀ ਦੀ ਹੈ, ਇੰਨਾ ਅਭਿਆਸ ਕਰੀਦਾ, ਜਪਜੀ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਜਾਂ ਮੂਲ ਮੰਤਰ ਵਾਹਿਗੁਰੂ ਮੰਤਰ ਜਾਂ ਨਿਤਨੇਮ, ਸਾਡਾ ਮਨ ਨਹੀਂ ਟਿਕਦਾ, ਮਨ ਵਿੱਚ ਚੰਚਲਤਾ ਹੈ। ਇਹਨੂੰ ਮਲ, ਵਿਖੇਪ, ਅਵਰਨ ਤਿੰਨਾਂ ਦਾ ਨਾਮ ਦਿੱਤਾ ਹੋਇਆ। ਮਲ ਦੋਸ਼ ਦੀ ਜਿਹੜੀ ਨਿਵਰਤੀ ਹੈ ਨਾ ਸਾਧ ਸੰਗਤ ਜੀ, ਇਹ ਨਿਸ਼ਕਾਮ ਸਾਧਨ ਕਰਨ ਨਾਲ ਹੀ ਦੂਰ ਹੁੰਦੀ ਹੈ। ਜਿਹੜੀ ਵਿਖੇਪਤਾ ਹੈ, ਭਟਕਣਾ ਹੈ, ਇਹ ਉਪਾਸ਼ਨਾ ਨਾਲ ਦੂਰ ਹੁੰਦੀ ਹੈ, ਭਗਤੀ ਨਾਲ ਦੂਰ ਹੁੰਦੀ ਹੈ। ਅਵਰਨ ਦਾ ਜਿਹੜਾ ਪੜਦਾ, ਇਹ ਗਿਆਨ ਦੀ ਪ੍ਰਾਪਤੀ ਨਾਲ ਦੂਰ ਹੁੰਦਾ ਹੈ। ਇਸ ਕਰਕੇ ਜਿਹੜੇ ਨਿਸ਼ਕਾਮ ਸਾਧਨ ਕਰਨੇ ਹੈ, ਇਹਨਾਂ ਨਾਲ ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਦੋਂ ਹਿਰਦਾ ਸ਼ੁੱਧ ਹੁੰਦਾ ਹੈ, ਫਿਰ ਮਨ ਇਕਾਗਰ ਹੋ ਜਾਂਦਾ ਹੈ। ਇਕਾਗਰ ਹੋਇਆ ਮਨ ਜਦੋਂ ਨਾਮ ਜਪਦਾ ਹੈ, ਅਭਿਆਸ ਕਰਦਾ ਹੈ, ਤਾਂ ਉਹਦੇ ਹਿਰਦੇ ਵਿੱਚ ਨਾਮ ਦਾ ਰਸ ਪੈਦਾ ਹੋ ਜਾਂਦਾ ਹੈ। ਮਨ ਜੁੜੇ ਹੋਏ ਵਿੱਚ ਜਦੋਂ ਨਾਮ ਦਾ ਰਸ ਪੈਦਾ ਹੁੰਦਾ ਹੈ, ਫਿਰ ਰਸ ਵਿੱਚੋਂ ਆਨੰਦ ਪੈਦਾ ਹੋ ਜਾਂਦਾ ਹੈ। ਫਿਰ ਉਹ ਜਿਹੜੀ ਆਨੰਦ ਦੀ ਅਵਸਥਾ ਹੈ ਨਾ ਸਾਧ ਸੰਗਤ ਜੀ, ਉਹ ਫਿਰ ਜੀਵਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਦਿਖਾਉਂਦੀ ਹੈ। ਕਿਉਂਕਿ ਤੁਸੀਂ ਕੀਰਤਨ ਸੁਣ ਰਹੇ ਹੋ, ਜੁੜੇ ਹੋਏ ਮਨ ਦੀ ਨਿਸ਼ਾਨੀ ਕੀ ਹੈ? ਤੁਹਾਨੂੰ ਪਤਾ ਹੀ ਨਾ ਲੱਗੇ ਕਿ ਕਿੰਨੇ ਕੁ ਘੰਟੇ ਬੀਤ ਗਏ, ਕਿੰਨਾ ਕੁ ਸਮਾਂ ਲੰਘ ਗਿਆ ਬੈਠਿਆਂ ਬੈਠਿਆਂ। ਘੰਟਾ ਵੀ ਮਿੰਟ ਵਰਗਾ ਪ੍ਰਤੀਤ ਹੋਏ ਤਾਂ ਸਮਝ ਲਓ ਮਨ ਜੁੜਨ ਲੱਗ ਗਿਆ, ਮਨ ਇਕਾਗਰ ਹੋ ਗਿਆ, ਮਨ ਵਿੱਚ ਰਸ ਪੈਦਾ ਹੋ ਗਿਆ। ਇਹੀ ਨਿਸ਼ਾਨੀ ਹੈ। ਘੰਟਿਆਂ ਬੱਧੀ ਸੰਗਤ ਵਿੱਚ ਬੈਠਦਿਆਂ ਬੈਠਿਆਂ ਘੰਟਿਆਂ ਬੱਧੀ ਸਿਮਰਨ ਵਿੱਚ ਬੈਠਿਆਂ ਸੰਗਤ ਕਰਦਿਆਂ ਜਦੋਂ ਸਮਾਂ ਮਿੰਟਾਂ ਵਿੱਚ ਲੱਗੇ ਕਿ ਮਿੰਟ ਕੀ ਲੰਘਿਆ, ਮਿੰਟ ਕੀ ਗੁਜ਼ਰੇ ਹੈ, ਤਾਂ ਸਮਝ ਲਓ ਗੁਰੂ ਦੀ ਕਿਰਪਾ ਹੈ, ਮਨ ਜੁੜ ਗਿਆ ਹੈ, ਮਨ ਦੀ ਇਕਾਗਰਤਾ ਬਣ ਗਈ ਹੈ। ਜਦੋਂ ਮਨ ਇਕਾਗਰ ਹੋ ਜਾਂਦਾ ਹੈ, ਮਨ ਦੇ ਵਿੱਚ ਜਦੋਂ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਫਿਰ ਉਹਦੇ ਵਿੱਚੋਂ ਰਸ ਪੈਦਾ ਹੁੰਦਾ ਹੈ, ਔਰ ਉਸ ਰਸ ਵਿੱਚੋਂ ਫਿਰ ਆਨੰਦ ਦੀ ਧਾਰਾ ਵਗਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਜੀਵਨ ਵਿੱਚ ਹਸਤੋ ਪਵਿੱਤਰੋ ਜਦੀ ਦਾਨ ਪੁੰਨਿਆ, ਦਾਨ ਪੁੰਨ ਕਰਦਿਆਂ ਹੀ ਹੱਥ ਪਵਿੱਤਰ ਹੁੰਦੇ ਹੈ ਦਸਾਂ ਨਹੁੰ ਦੀ ਧਰਮ ਦੀ ਕਿਰਤ ਵਿੱਚੋਂ। ਪਾਵੋ ਪਵਿੱਤਰੋ ਜਦੀ ਤੀਰਥ ਯਾਤਰਾ, ਵਾਕਿਅੰ ਪਵਿੱਤਰੰ ਜਦੀ ਰਾਮ ਨਾਮ। ਜਿਹੜੀ ਸਾਡੀ ਜ਼ੁਬਾਨ ਹੈ ਨਾ, ਇਹ ਕਰਮ ਇੰਦਰਾ ਵੀ ਹੈ, ਗਿਆਨ ਇੰਦਰਾ ਵੀ ਹੈ। 5 ਗਿਆਨ ਇੰਦਰੀ ਹੈ, 5 ਕਰਮ ਇੰਦਰੀ ਹੈ, ਪਰ ਜ਼ੁਬਾਨ ਸਾਡੀ ਦੋਨਾਂ ਦੇ ਵਿੱਚ ਹੀ ਆਉਂਦੀ ਹੈ। ਕਰਮ ਇਹਦਾ ਕੀ ਹੈ? ਬੋਲਦੀ ਹੈ। ਔਰ ਗਿਆਨ ਇੰਦਰਾ ਕਿਉਂ ਹੈ? ਇਹ ਖੱਟੇ ਮਿੱਠੇ ਦਾ ਰਸ ਜਿਹੜਾ ਉਹ ਅਨੁਭਵ ਕਰਦੀ ਹੈ, ਸਾਨੂੰ ਦੱਸਦੀ ਹੈ ਇਹ ਚੀਜ਼ ਖੱਟੀ ਹੈ, ਇਹ ਮਿੱਠੀ ਹੈ। ਇਸ ਕਰਕੇ ਗਿਆਨ ਇੰਦਰਾ ਵੀ ਹੈ, ਕਰਮ ਇੰਦਰਾ ਵੀ ਹੈ। ਵਾਕ ਬੋਲਣ ਵਾਲਾ ਜਿਹੜਾ ਇੰਦਰਾ ਹੈ ਸਾਡੀ ਜ਼ੁਬਾਨ ਹੈ, ਜਦੋਂ ਇਸ ਜ਼ੁਬਾਨ ਨਾਲ ਪਰਮੇਸ਼ਰ ਦਾ ਨਾਮ ਜਪਾਂਗੇ ਨਾ,
ਵਾਕਿਅੰ ਪਵਿੱਤਰੰ ਯਦਿ ਰਾਮ ਨਾਮ। ਜਦੋਂ ਵਾਹਿਗੁਰੂ ਦਾ ਨਾਮ ਜਪਾਂਗੇ ਫਿਰ ਇਹ ਰਸਨਾ ਵੀ ਪਵਿੱਤਰ ਹੋ ਜਾਏ। ਹਿਰਦਿਅੰ ਪਵਿੱਤਰੰ ਯਦਿ ਬ੍ਰਹਮਨੇਸ਼ਟਾ। ਹਿਰਦਾ ਉਦੋਂ ਪਵਿੱਤਰ ਹੁੰਦਾ ਹੈ ਜਦੋਂ ਹਿਰਦੇ ਵਿੱਚ ਬ੍ਰਹਮ ਦਾ ਨਿਸ਼ਟ ਕੀ ਮਨ ਐਨ ਧਿਆਨ ਵਿੱਚ ਜੁੜ ਜਾਣਾ, ਸਮਾਧੀ ਲੱਗ ਜਾਣਾ। ਮੈਂ ਬੇਨਤੀ ਕਰ ਰਿਹਾ ਸੀ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਦੋਂ ਅਭਿਆਸੀਆਂ ਕੋਲੋਂ ਅਭਿਆਸ ਕਰਵਾਉਂਦੇ ਸਨ ਤਾਂ ਹਰ ਇੱਕ ਜਗਿਆਸੂ ਦੀ ਅਵਸਥਾ ਦਾ ਅਨੁਭਵ ਕਰਕੇ ਪਹਿਲਾਂ ਉਹਨੂੰ ਕਹਿੰਦੇ ਸਨ ਭਾਈ ਸੇਵਾ ਕਰੋ, ਸੇਵਾ ਕਰਵਾਉਂਦੇ ਸਨ। ਫਿਰ ਗੁਰਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰਵਾਉਂਦੇ ਸਨ ਕਿ ਇਹਦਾ ਮਨ ਇਕਾਗਰ ਹੋਣ ਲੱਗ ਜਾਏ, ਹਿਰਦੇ ਦੀਆਂ ਮੈਲਾਂ ਨਿਵਰਤ ਹੋ ਜਾਣ, ਦੂਰ ਹੋ ਜਾਣ। ਫਿਰ ਉਹ ਕਹਿੰਦੇ ਸਨ ਵੀ ਹੁਣ ਤੁਸੀਂ ਸਿਮਰਨ ਵਿੱਚ ਜੁੜ ਜਾਓ, ਗੁਰੂ ਦੇ ਧਿਆਨ ਪ੍ਰਾਇਣ ਹੋ ਕੇ ਸਿਮਰਨ ਵਿੱਚ ਬਿਰਤੀ ਨੂੰ ਜੋੜ ਲੈਣਾ। ਸੋ ਸਾਧ ਸੰਗਤ ਜੀ, ਇਸ ਕਰਕੇ ਹਿਰਦਾ ਕਦੋਂ ਪਵਿੱਤਰ ਹੁੰਦਾ? ਜਦੋਂ ਹਿਰਦੇ ਵਿੱਚ ਵਾਹਿਗੁਰੂ ਦਾ ਧਿਆਨ। ਭਾਈ ਗੋਂਦਾ ਜੀ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਧਿਆਨ ਵਿੱਚ ਨਿਮਗਨ ਹੋ ਕੇ ਕਾਬਲ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਧਿਆਨ ਜੁੜ ਗਿਆ ਚਰਨਾਂ ਵਿੱਚ। ਸਤਿਗੁਰੂ ਗੁਰੂ ਹਰਿਰਾਜ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਹੈ। ਕਿੱਡੀ ਵੱਡੀ ਧਿਆਨ ਦੀ ਇਕਾਗਰਤਾ ਦੀ ਸ਼ਕਤੀ ਹੈ ਕਿ ਸਤਿਗੁਰੂ ਜੀ ਸਾਰਾ ਦਿਨ ਹੀ ਸਿੰਘਾਸਨ ਤੋਂ ਉੱਠੇ, ਪੱਥਰ ਦੀ ਮੂਰਤੀ ਦੀ ਤਰ੍ਹਾਂ ਅਡੋਲ ਬੈਠੇ ਹੈ। ਕੋਈ ਇੱਕ ਅੰਗ ਵੀ ਨਹੀਂ ਹਰਕਤ ਕਰ ਰਿਹਾ, ਹਿਲਾ ਨਹੀਂ ਰਹੇ ਹਨ। ਸੇਵਾਦਾਰ ਬਾਰ-ਬਾਰ ਬੇਨਤੀ ਕਰਦੇ ਆ, ਮਹਾਰਾਜ ਕਿਰਪਾ ਕਰੋ, ਲੰਗਰ ਤਿਆਰ ਹੈ, ਚਰਨ ਪਾਓ। ਸੰਗਤਾਂ ਲੰਗਰ ਛਕਣਗੀਆਂ ਤਾਂ ਹੀ ਜੇ ਤੁਸੀਂ ਛਕੋਗੇ। ਸਤਿਗੁਰੂ ਕੋਈ ਬਚਨ ਨਹੀਂ ਕਰਦੇ। ਸ਼ਾਮ ਪੈ ਜਾਂਦੀ ਹੈ, ਸਿੰਘਾਸਨ ਤੋਂ ਉੱਠਦੇ ਆ, ਲੰਗਰ ਵਿੱਚ ਆਉਂਦੇ ਆ। ਸੁਭਾਵਿਕ ਸਿੱਖ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਅੱਜ ਕੀ ਕਾਰਨ ਬਣਿਆ? ਇੰਨਾ ਲੰਮਾ ਸਮਾਂ ਅਡੋਲ ਬੈਠੇ ਰਹੇ, ਸ਼ਾਮਾਂ ਪੈ ਗਈਆਂ, ਅੰਮ੍ਰਿਤ ਵੇਲੇ ਦਾ ਦੀਵਾਨ ਸ਼ੁਰੂ ਹੋਇਆ। ਸਤਿਗੁਰੂ ਕਹਿੰਦੇ ਭਾਈ ਧਿਆਨ ਦੀ ਸਾਧਨਾ ਦੁਆਰਾ ਭਾਈ ਗੋਂਦੇ ਨੇ ਸਾਡੇ ਚਰਨ ਫੜੇ ਹੋਏ ਸਨ। ਜੇ ਅਸੀਂ ਆਪਣੇ ਚਰਨ ਹਿਲਾਉਂਦੇ, ਸਰੀਰ ਹਿਲਾਉਂਦੇ ਤਾਂ ਭਾਈ ਗੋਂਦੇ ਦੇ ਆਨੰਦ ਵਿੱਚ ਫਰਕ ਪੈ ਜਾਣਾ ਸੀ, ਉਹਦੀ ਸਮਾਧੀ ਟੁੱਟ ਜਾਣੀ ਸੀ। ਉਹਨੇ ਧਿਆਨ ਵਿੱਚ ਸਾਡੇ ਚਰਨ ਪਕੜ ਲਏ ਸਨ। ਇਸ ਕਰਕੇ ਅਸੀਂ ਉਸ ਦੇ ਆਨੰਦ ਵਿੱਚ, ਕੋਈ ਉਸ ਦੇ ਰਸ ਵਿੱਚ ਫਰਕ ਨਾ ਪੈ ਜਾਏ, ਇਸ ਲਈ ਤਾਂ ਨਹੀਂ ਲੰਗਰ ਦੇ ਵਿੱਚ ਆਏ, ਤਾਂ ਨਹੀਂ ਸਿੰਘਾਸਨ ਤੋਂ ਉੱਠੇ। ਹੁਣ ਸ਼ੰਕਾਵਾਦੀ ਅੱਜ ਵੀ ਸਿੱਖ ਬਹੁਤ, ਅੱਜ ਸ਼ੰਕਾ ਜ਼ਿਆਦਾ ਸਾਡੇ ਵਿੱਚ ਪੈਦਾ ਹੋ ਗਈ ਹੈ। ਅੱਜ ਸ਼ੰਕਾਵਾਦੀ ਹਿਰਦੇ ਜ਼ਿਆਦੇ ਬਣ ਚੁੱਕੇ ਆ। ਸ਼ੰਕਾ ਕਿਹਦੇ ਮਨ ਵਿੱਚ ਪੈਦਾ ਹੁੰਦੀ ਹੈ? ਜਿਹੜਾ ਬੰਦਾ ਚੰਚਲ ਹੁੰਦਾ। ਚੰਚਲ ਮਨ ਵਿੱਚ ਸੰਗਤ ਜੀ ਸ਼ੰਕਾਵਾਂ ਜਨਮ ਲੈਂਦੀ। ਔਰ ਅੱਗੇ ਤੋਂ ਅੱਗੇ ਫੇਰ ਚੰਚਲ ਮਨੁੱਖ ਕਦੋਂ ਹੁੰਦਾ? ਚਲਾਏਮਾਨ ਬਿਰਤੀ ਕਦੋਂ ਬਣਦੀ ਹੈ? ਜਦੋਂ ਬੰਦਾ ਪਾਪਾਂ ਦੀ ਕੁਸੰਗਤ ਕਰਦਾ, ਪਾਪੀ ਮਨੁੱਖਾਂ ਦੀ ਸੰਗਤ ਕਰਦਾ, ਮਨ ਕਠੋਰ ਹੋ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਸ਼ੰਕਾ ਉਦੋਂ ਵੀ ਸਿੱਖਾਂ ਦੇ ਮਨ ਵਿੱਚ ਆਇਆ ਕਿ ਭਾਈ ਗੋਂਦੇ ਨੂੰ ਪੁੱਛਾਂਗੇ ਕਿ ਤੂੰ ਉਸ ਦਿਨ ਵਾਕਿਆ ਹੀ ਇੰਨਾ ਸਮਾਂ ਬੈਠਾ ਸੀ, ਪਤਾ ਤਾਂ ਕਰੀਏ ਵੀ ਇਹ ਗੱਲ ਠੀਕ ਵੀ ਹੈ। ਭਾਈ ਗੋਂਦਾ ਜੀ ਪ੍ਰਚਾਰ ਕਰਕੇ ਆਏ ਵਾਪਸ ਸਤਿਗੁਰੂ ਜੀ ਦੀ ਆਗਿਆ ਵਿੱਚ, ਤਾਂ ਕਈ ਸਿੱਖਾਂ ਨੇ ਭਾਈ ਗੋਂਦੇ ਨੂੰ ਪਾਸੇ ਲਿਜਾ ਕੇ ਪੁੱਛਿਆ ਕਿ ਫਲਾਣੇ ਦਿਨ ਦੀ ਘਟਨਾ ਦੱਸ। ਭਾਈ ਗੋਂਦਾ ਚੁੱਪ ਰਿਹਾ। ਨਾਲ ਦੀ ਸੰਗਤ ਨੇ ਦੱਸਿਆ ਕਿ ਉਸ ਦਿਨ ਭਾਈ ਸਾਹਿਬ ਦਰਿਆ ਦੇ ਕਿਨਾਰੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਵਿੱਚ ਬੈਠੇ, ਸ਼ਾਮ ਸੂਰਜ ਛਿਪਣ ਤੱਕ ਚੌਂਕੜੇ ਵਿੱਚ ਅਡੋਲ ਹੀ ਬੈਠੇ ਰਹੇ। ਸੋ ਸਾਧ ਸੰਗਤ ਜੀ, ਐਸੀ ਅਵਸਥਾ, ਧਿਆਨ ਨਿਮਗਨ ਹੋ ਜਾਣਾ, ਹਿਰਦੇ ਵਿੱਚ ਬ੍ਰਹਮ ਦੇ ਵਿੱਚ, ਵਾਹਿਗੁਰੂ ਦੇ ਵਿੱਚ ਸੁਰਤ ਜੁੜ ਜਾਣੀ। ਹਿਰਦਾ ਉਦੋਂ ਪਵਿੱਤਰ ਹੋ ਜਾਂਦਾ ਹੈ। ਹਿਰਦਾ ਪਵਿੱਤਰ ਤੋਂ ਪਵਿੱਤਰ ਹੁੰਦਾ ਕਿ ਜਦੋਂ ਹਿਰਦੇ ਵਿੱਚ ਪਰਮੇਸ਼ਰ ਆ ਕੇ ਚੌਂਕੜਾ ਲਾ ਲੈਂਦਾ, ਇਉਂ ਕਹਿ ਲਓ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਕਿ ਜਦੋਂ ਅਵਰਨ ਦਾ ਪਰਦਾ ਦੂਰ ਹੋ ਜਾਂਦਾ ਹੈ ਨਾ,
ਹਿਰਦੇ ਦੇ ਵਿੱਚੋਂ ਹੀ ਅੰਦਰੋਂ ਹੀ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ। ਸਾਧਕ ਨੂੰ, ਅਭਿਆਸੀ ਨੂੰ, ਜਾਂ ਕਹਿ ਲਓ ਜਗਿਆਸੂ ਨੂੰ। ਉਹ ਇਹ ਵੀ ਪੰਕਤੀ ਪੜ੍ਹਦੇ ਸਨ, ਕਲਗੀਧਰ ਦੀ ਦਵੈਤ ਤੇ ਏਕ ਰੂਪ ਹੋਇ ਗਇਓ। ਕਹਿੰਦੇ ਭਾਈ ਦਵੈਤ ਚੁੱਕੀ ਜਾਂਦੀ ਹੈ ਤੇ ਇੱਕਮਿਕ ਵਾਹਿਗੁਰੂ ਦਾ ਰੂਪ ਬਣ ਜਾਂਦਾ ਹੈ ਗੁਰਸਿੱਖ। ਇਸ ਕਰਕੇ ਹਿਰਦਾ ਉਦੋਂ ਪਵਿੱਤਰ ਤੋਂ ਪਵਿੱਤਰ ਹੋ ਜਾਂਦਾ ਹੈ। ਇਉਂ ਗੁਰੂ ਕੀ ਸੰਗਤ ਵਿੱਚ ਆ ਕੇ ਸਾਧ ਸੰਗਤ ਜੀ, ਪੈਰ ਵੀ, ਸਰੀਰ ਵੀ, ਬਲਕਿ ਸਰੀਰ ਦਾ ਇੱਕ ਇੱਕ ਰੋਮ ਵੀ ਸਫਲੇ ਤੋਂ ਸਫਲਾ ਹੋ ਜਾਂਦਾ ਹੈ। ਇਹੀ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਧਨ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਰੂਪ ਸਾਗਰ ਦੇ ਦਰ ਤੇ ਚੱਲ ਕੇ ਆਉਣਾ, ਗੁਰੂ ਰੂਪ ਤੀਰਥ ਦੇ ਦਰ ਤੇ ਚੱਲ ਕੇ ਆਉਣਾ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰਹਿ ਬਤਾਈ। ਸੰਗਤ ਦਾ ਬੜਾ ਵੱਡਾ ਮਹਾਤਮ ਹੈ। ਕੋਈ ਮਹਾਤਮਾ ਸਨ, ਜਿਵੇਂ ਤੁਹਾਡਾ ਸ਼ਹਿਰ ਹੈ, ਇੱਥੇ ਮਹਾਂਪੁਰਖ ਸੰਤ ਬਾਬਾ ਗੁਰਦਿਆਲ ਸਿੰਘ ਜੀ ਪਰਉਪਕਾਰ ਕਰ ਰਹੇ ਆ। ਮਹਾਤਮਾ ਦਾ ਜੀਵਨ ਪਰਉਪਕਾਰੀ ਹੁੰਦਾ ਹੈ। ਮਿਥਿਆ ਤਨ ਨਹੀਂ ਪਰਉਪਕਾਰਾ। ਇਹ ਤਨ ਮਿਥਿਆ ਨਾਸਵੰਤ ਹੈ। ਇਸ ਨਾਲ ਪਰਉਪਕਾਰ ਕਰਨਾ, ਦੁਨੀਆ ਦਾ ਭਲਾ ਕਰਨਾ। ਜਿਹੜਾ ਤਨ ਸਰੀਰ ਪਰਉਪਕਾਰ ਨਹੀਂ ਕਰਦਾ ਉਹ ਝੂਠਾ ਹੈ, ਨਾਸਵੰਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪਰਉਪਕਾਰ, ਪਰਉਪਕਾਰੀ ਮਹਾਤਮਾ ਸਨ। ਉਹਨਾਂ ਨੇ ਸੋਚਿਆ ਕਿ ਇਸ ਸ਼ਹਿਰ ਦੇ ਲੋਕ ਬੜੇ ਮਨਮੁਖ ਹੈ, ਇਹਨਾਂ ਨੂੰ ਸਿੱਧੇ ਰਸਤੇ ਪਾਈਏ। ਉਹਨਾਂ ਨੇ ਸਤਸੰਗਤ ਦਾ ਪ੍ਰਵਾਹ ਚਲਾਇਆ। ਹੌਲੀ ਹੌਲੀ ਸ਼ਾਮ ਨੂੰ ਦੀਵਾਨ ਸਜਾਉਂਦੇ ਔਰ ਸੰਗਤ ਨੂੰ ਪਰਮੇਸ਼ਰ ਦੀ ਕਥਾ ਸੁਣਾਉਂਦੇ। ਇੱਕ ਦੋ ਕਰਦਿਆਂ ਕਰਦਿਆਂ ਲੋਕ ਹੌਲੀ ਹੌਲੀ ਆਉਣ ਲੱਗ ਪਏ। ਇੱਕ ਨਗਰ ਦਾ ਜਿਹੜਾ ਸਭ ਤੋਂ ਵੱਡਾ ਸ਼ਾਹੂਕਾਰ ਸੀ ਉਹ ਵੀ ਆਇਆ। ਉਹ ਵੀ ਸਤ ਸੰਗਤ ਕਰਨ ਲੱਗ ਪਿਆ। ਸੰਗਤ ਕਰਦਿਆਂ ਕਰਦਿਆਂ ਮਨ ਵਿੱਚ ਪ੍ਰੇਮ ਪੈਦਾ ਹੋ ਗਿਆ। ਮਹਾਤਮਾ ਨੂੰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮੇਰੇ ਘਰ ਵਿੱਚ ਚਰਨ ਪਾਓ, ਘਰ ਪਵਿੱਤਰ ਕਰੋ। ਮਹਾਂਪੁਰਸ਼ ਕਹਿਣ ਲੱਗੇ, ਚੰਗਾ ਭਾਈ, ਜ਼ਰੂਰ ਆਵਾਂਗੇ। ਇੱਕ ਦਿਨ ਮਹਾਤਮਾ ਉਹਦੀ ਬੇਨਤੀ ਮੰਨ ਕੇ ਘਰ ਵਿੱਚ ਗਏ। ਪ੍ਰਸ਼ਾਦਾ ਤਿਆਰ ਕੀਤਾ ਪ੍ਰੇਮ ਦੇ ਨਾਲ। ਜਦੋਂ ਪ੍ਰਸ਼ਾਦਾ ਅੱਗੇ ਰੱਖਿਆ, ਮਹਾਤਮਾ ਪੁੱਛਣ ਲੱਗੇ, ਭਾਈ ਕਰਦੇ ਕੀ ਹੋ? ਕਹਿਣ ਲੱਗੇ, ਜੀ ਮੈਂ ਸ਼ਹਿਰ ਦਾ ਸੇਠ ਸ਼ਾਹੂਕਾਰ ਹਾਂ, ਵਪਾਰ ਕਰਦਾ। ਮੇਰਾ ਵਪਾਰ ਦੁਨੀਆ ਦੇ ਵਿੱਚ, ਦੇਸ਼ ਬੜੀ ਦੂਰ ਦੂਰ ਤੱਕ ਚੱਲਦਾ ਹੈ। ਤੇ ਮਹਾਂਪੁਰਖ ਕਹਿਣ ਲੱਗੇ, ਵੀ ਕਿੰਨਾ ਕੁ ਧਨ ਤੂੰ ਆਪਣੇ ਜੀਵਨ ਵਿੱਚ ਕਮਾਇਆ? ਕਹਿੰਦਾ, ਜੀ 10,000 ਰੁਪਇਆ। ਉਸ ਸਮੇਂ 10,000 ਵੀ ਬਹੁਤ ਹੁੰਦਾ ਸੀ। ਕਹਿੰਦਾ 10,000 ਰੁਪਇਆ ਮੈਂ ਕਮਾਇਆ ਜੀਵਨ। ਕਹਿੰਦੇ ਤੇਰੇ ਪੁੱਤਰ ਕਿੰਨੇ ਆ? ਕਹਿੰਦਾ ਇੱਕ ਹੈ ਜੀ। ਮਹਾਂਪੁਰਖ ਕਹਿੰਦੇ ਪੁੱਤਰ ਤਾਂ ਤੇਰੇ ਸਾਨੂੰ 4 ਮਿਲ ਕੇ ਗਏ ਹੈ। 4 ਨੇ ਵੱਖੋ ਵੱਖਰੇ ਰੂਪ ਵਿੱਚ ਆ ਕੇ ਫਤਿਹ ਬੁਲਾਈ ਹੈ, ਤੂੰ ਕਹਿੰਦਾ ਇੱਕ ਹੈ। ਧਨ ਤੂੰ 10,000 ਰੁਪਇਆ ਕਹਿ ਰਿਹਾ, ਤੂੰ ਤਾਂ ਕਰੋੜਾਂ ਦਾ ਮਾਲਕ ਹੈ। ਅਨਥਾ ਬਚਨ ਕਿਉਂ ਕਰਦਾ? ਅਨਥਾ ਦਾ ਅਰਥ ਹੁੰਦਾ ਵੀ ਝੂਠ ਬੋਲਣਾ। ਝੂਠ ਕਿਉਂ ਬੋਲਦਾ? ਮਹਾਂਪੁਰਖ ਤ੍ਰਿਕਾਲਦਰਸ਼ੀ ਸਨ। ਕਹਿੰਦੇ ਉਮਰ ਕਿੰਨੀ ਭੋਗੀ? ਕਹਿੰਦਾ ਜੀ 3 ਸਾਲ। ਕਹਿੰਦੇ ਸਾਰਾ ਕੁਝ ਹੀ ਝੂਠ ਦੱਸੀ ਜਾ ਰਿਹਾ, ਇੱਕ ਵੀ ਸੱਚ ਨਹੀਂ ਬੋਲਦਾ। ਕਹਿੰਦਾ ਮਹਾਰਾਜ ਨਹੀਂ, ਮੈਂ ਸੱਚ ਹੀ ਬੋਲਣਾ। ਕਹਿੰਦੇ ਦੱਸ ਕਿਵੇਂ? ਕਹਿੰਦੇ ਮਹਾਰਾਜ ਤੁਹਾਡੀ ਸੰਗਤ ਕਰਦਿਆਂ ਕਰਦਿਆਂ ਬੜਾ ਲੰਮਾ ਸਮਾਂ ਗੁਜ਼ਰਿਆ। ਮੇਰਾ ਅਸਲੀ ਧਨ ਜਿਹੜਾ ਨਾ ਉਹ 10,000 ਰੁਪਇਆ ਮੈਂ ਆਪਣੀ ਨੇਕ ਕਮਾਈ ਵਿੱਚੋਂ ਹੁਣ ਤੱਕ 10,000 ਰੁਪਇਆ ਹੀ ਦਾਨ ਕੀਤਾ। ਜਿਹੜਾ ਦਾਨ ਕੀਤਾ ਉਹ ਮੇਰਾ ਹੈ, ਉਹਦਾ ਮੈਨੂੰ ਫਲ ਮਿਲੇਗਾ, ਉਹਦਾ ਮੈਂ ਆਪਣਾ ਜੀਵਨ ਸਫਲਾ ਸਮਝਾਂਗਾ। ਅਸਲੀ ਤਾਂ ਮੇਰਾ ਉਹੀ ਧਨ ਹੈ ਜਿਹੜਾ ਮੈਂ ਸੇਵਾ ਵਿੱਚ ਲਾ ਦਿੱਤਾ, ਦਾਨ ਵਿੱਚ ਲਾ ਦਿੱਤਾ, ਤੇ ਮੈਂ ਕੇਵਲ 10,000 ਹੀ ਦਾਨ ਕੀਤਾ ਮਹਾਰਾਜ। ਇਸ ਕਰਕੇ ਮੇਰੀ ਤਾਂ ਮਿਹਰ ਉਹਦੇ ਤੇ ਹੈ। ਆ ਕਰੋੜਾਂ ਅਰਬਾਂ ਰੁਪਇਆ ਤਾਂ ਮੇਰੇ ਪਰਿਵਾਰ ਦੇ ਬੱਚਿਆਂ ਨੇ ਸਾਂਭ ਲੈਣਾ, ਮੇਰਾ ਇਹਦੇ ਉੱਤੇ ਕੀ ਹੈ? ਇਹ ਕੁਝ ਵੀ ਮੇਰਾ ਨਹੀਂ। ਕਹਿਣ ਲੱਗੇ ਪੁੱਤਰ ਤੂੰ 4 ਹੈ, ਦੱਸਿਆ ਇੱਕ ਹੈ। ਕਹਿੰਦਾ ਜੀ ਅਸਲੀ ਪੁੱਤਰ ਮੇਰਾ ਇੱਕੋ ਹੀ ਹੈ।
क्योंकि इक्को ही बच्चा मेरी आग्या विच चलदा मेरा सत्कार करदा, जेड़ा मेरी सेवा करदा मेरी आग्या विच चलदा ते ओही मेरा पुत्र है। जेड़ा मेरी आग्या च नहीं मेरा कादा पुत्र है, कादी मेरी सेवा करदा। जेड़ा एक वचन कमा अगों 100 सुनावे कादा पुत्र है। पुत्र तां आग्याकारी, सेवा विच अपने माता पिता का सत्कार करने वाला। इस करके तां कहा महाराज देखण नूं चार है पर पुत्र इक्को ही है जिहड़ा मेरी आग्या विच रहिंदा। ते 3 साल क्यों कहे, कहंदे महाराज एक एक दिन विचों कुछ समा जोड़ के मैं देखिया 3 साल ही मेरी जिंदगी है, क्योंकि मैं 3 साल का समा जोड़ के सतसंगत विच इन्ना समा गुजारिया, इस करके असली जिंदगी मेरी 3 साल ही। जेड़ा भाव संगत जी संगत विच आउणा ना यही असल जिंदगी है। जेड़ा धर्म दे हित दान करना यही तुहाडी कमाई है। जेड़ा पुत्र धी मापियां दी आग्या विच चलदा उही असल पुत्र धी है। इस करके सतसंगत दे विच आ करके अपने जीवन नूं अपनी कमाई नूं सफल करना। महात्मा कहण लगे तू असली सतसंगत का रस प्राप्त कर लिया, तू धनता दे योग बन गया, तू साडी कीती हुई मेहनत सफली कर दी, क्योंकि तू जीवन दे असली मकसद नूं समझ गया। मैं भी बेनती कीती सी कि जीवन का असली मकसद यही है, भाई प्राप्त मानक देहरिया गोबिंद मिलन की है तेरी बरिया। ये मनुखा दे मिली है वाहिगुरू नूं प्राप्त करने वास्ते। सेवा करके भी जीवन सफल हो जाता है, सिमरन करके भी और सतसंगत करके भी। सतसंगत दे विच साध संगत जी कलयुग दे विच सतगुरु गुरु अर्जन देव साहब जी ने देखो साडे ते किड्डी वड्डी किरपा कीती है। अवर काट तेरा किते ना काम मिल साध संग भज केवल ना। सतगुरु जी फरमान करते हैं पाठ पढ़ियो और वेद विचारियो निबल भयंगम साधे। सारी अष्टपदी कठिन साधन जेड़े हठ योग दे उन्हां दा सतगुरु जी ने इस अष्टपदी दे विच वर्णन किया है। निचोड़ किथे जाके कढ़िया, तत्त किथे समझाया। महाराज कहते हर कीरत साध संगत है, सिर करमन कै कर्मा कहो नानक तिस भयो प्राप्त जिस पुरब लेखे का लहना। सत संगत नूं धन गुरु अर्जन देव जी ने राज योग दसिया है, सहज योग दसिया है। सत संगत हठ योग नालों भी सब तो उत्तम साधन। हठ योग दे साधन करने बड़े औखे है। कौन पुट्ठा लमक सकदा, कौन जल धारे कर सकदा, कौन धूणियां तपा सकदा, पर फल उन्ना नहीं। फल सहज योग विच है। सत संगत करनी जिहड़ी है ये सहज योग दा साधन है। कोई शरीर नूं खिचड़ा नहीं, कोई दुख तकलीफ नहीं। सतगुरु नूं नमस्कार करके शरधा नाल आराम नाल बैठ के कीर्तन कथा गुरु उपदेश बड़े ध्यान नाल एकाग्र मन हो के सुनना। एकाग्र मन की की निशानी है, जो जो सुनेगा वो उन्होंने चेते करी जाएगा। जिदा मन एकाग्र नहीं उन्होंने बाहर जाके पुछ लो, एक भी बचन नहीं दस सकता भी मैं की सुन के आया। भाव उहदा मन चंचल है, उहदा मन एक मिनट लई भी नहीं टिकिया। इधरों कन विच फूक मारी दूजे पासे दी निकल गई, भावें 10 घंटे बैठा रहे। जे एकाग्र मन है फिर एक एक बचन दस देगा। जिन्ना चिर बैठिया बैठिया 1 घंटा भी बैठे हो तो एक बचन भी तुहाडे कन्नां विच पै के हिरदे विच जाके वस गया तो समझ लो 1 मिनट भी बैठिया तुहाडा एकाग्र होया मन गुरु दे चरनां विच हाजरी लग गई, सफला हो गया। मन इहदा मतलब जुड़िया है। जे चेते रही ना कोई गाथा, कोई बचन, कोई गुरु दा प्रेम वाला प्रसंग तो समझ लो कि मन विच कुछ ना कुछ वसिया है। बचन गुरु जो पूरा कहियो मैं छीक गांठरी बाधा, ऐन पल्ले विच बन के
ਚੰਗੀ ਤਰ੍ਹਾਂ ਲੈ ਕੇ ਜਾਣਾ, ਹਿਰਦੇ ਰੂਪ ਪੱਲੇ ਵਿੱਚ ਵਸਾ ਕੇ ਗੁਰੂ ਦੇ ਬਚਨਾਂ ਨੂੰ ਲੈ ਕੇ ਜਾਣਾ। ਸੁਣਿਆ ਮੰਨਿਆ ਮਨ ਕੀਤਾ ਭਾਵ। 4 ਪੌੜੀਆਂ ਸਰਵਣ ਦੀਆਂ, 4 ਪੌੜੀਆਂ ਮੰਨਣ ਦੀਆਂ, 1 ਪੌੜੀ ਨਿਧਿਆਸਣ ਦੀ ਹੈ ਜਪਜੀ ਸਾਹਿਬ ਦੇ ਵਿੱਚ। ਪਹਿਲਾਂ ਸੁਣਨ ਦਾ ਕਿੱਡਾ ਵੱਡਾ ਮਹਾਤਮ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਕਹਿੰਦੇ ਜਿਹੜਾ ਬਈ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸੁਣਦਾ ਹੈ ਨਾ, ਉਹਦੇ ਸਾਰੇ ਦੁੱਖ ਅਤੇ ਪਾਪ ਨਾਸ ਹੋ ਜਾਂਦੇ ਆ। ਐਡਾ ਵੱਡਾ ਫਲ ਹੈ। ਨਾਨਕ ਭਗਤਾ ਸਦਾ ਵਿਗਾਸ। ਔਰ ਭਗਤੀ ਕਰਨ ਵਾਲੇ ਤਾਂ ਜਿਹੜੇ ਆ ਕੇ ਸੁਣਦੇ ਆ, ਉਹਨਾਂ ਨੂੰ ਤਾਂ ਆਨੰਦ ਹੀ ਹੋਣਾ ਹੈ। ਦੂਜਿਆਂ ਦੇ ਵੀ ਦੁੱਖ ਅਤੇ ਪਾਪ ਮਿਟ ਜਾਂਦੇ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਤੇ 4 ਹੀ ਪੌੜੀਆਂ ਮੰਨਣ ਦੀਆਂ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਨਿਰੰਜਨ ਦਾ ਅਰਥ ਸ਼ੁੱਧ ਸਰੂਪ ਹੈ। ਜਿਨ੍ਹਾਂ ਨੇ ਮੰਨਣ ਕਰ ਲਿਆ, ਉਹਨਾਂ ਦੇ ਹਿਰਦੇ ਵਿੱਚ ਸ਼ੁੱਧ ਸਰੂਪ ਪਰਮੇਸ਼ਰ ਵਾਹਿਗੁਰੂ ਵਸ ਗਿਆ। ਮਨ ਉਹਨਾਂ ਦਾ ਨਿਰਮਲ ਹੋ ਜਾਂਦਾ ਹੈ। ਨਿਧਿਆਸਣ ਦੀ ਪੌੜੀ 5 ਪ੍ਰਵਾਨ 5 ਪ੍ਰਧਾਨ। ਬਿਰਤੀ ਨੂੰ ਅੰਤਰਮੁਖ ਕਰਕੇ ਟਿਕ ਜਾਣਾ, ਇਕਾਗਰ ਮਨ ਹੋ ਜਾਣਾ, ਔਰ ਅਭਿਆਸ ਨਿਰੰਤਰ ਲਗਾਤਾਰ ਜਾਰੀ ਰਹਿਣਾ। ਇਹ ਨਿਧਿਆਸਣ ਦੀ ਅਵਸਥਾ ਹੈ। ਵੈਸੇ ਨਿਧਿਆਸਣ ਕਹਿੰਦੇ ਹੈ ਮਨ ਬਾਰ-ਬਾਰ ਬਾਹਰ ਜਾਂਦਾ, ਉਹਨੂੰ ਗੁਰ ਸ਼ਬਦ ਨਾਲ ਦੁਬਾਰਾ ਮੋੜ ਕੇ ਅੰਦਰ ਲਿਆਉਣਾ। ਅੰਤਰਮੁਖ ਗੁਰੂ ਦੇ ਚਰਨਾਂ ਵਿੱਚ ਬਿਰਤੀ ਨੂੰ ਜੋੜਨਾ, ਇਸੇ ਦਾ ਨਾਮ ਨਿਧਿਆਸਣ ਹੈ। ਆਪਣੀ ਬਿਰਤੀ ਨੂੰ ਬਾਹਰ ਜਾਂਦੀ ਨੂੰ ਰੋਕ ਕੇ ਗੁਰ ਸ਼ਬਦ ਵਿੱਚ ਸਿਮਰਨ ਵਿੱਚ ਜੋੜਨ ਦਾ ਨਾਮ ਨਿਧਿਆਸਣ ਹੈ। ਜਦੋਂ ਇਹ ਅਵਸਥਾ ਪ੍ਰਪੱਕ ਹੋ ਜਾਂਦੀ ਹੈ, ਫਿਰ ਸਾਧ ਸੰਗਤ ਦੀ ਸਮਾਧੀ ਲੰਘਣ ਵਾਲੀ ਅਵਸਥਾ ਅੱਗੇ ਤੋਂ ਅੱਗੇ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਦੀਆਂ ਸਮਾਧੀਆਂ ਲੱਗ ਜਾਂਦੀਆਂ, ਉਹਨਾਂ ਦੇ ਸੀਸ ਉੱਤੇ ਭਾਵੇਂ ਆਰੇ ਵੀ ਚੱਲਦੇ ਆ, ਬੰਦ ਵੀ ਕੱਟੇ ਜਾਂਦੇ ਆ, ਸੀਸ ਧੜ ਨਾਲੋਂ ਵੀ ਵੱਖਰੇ ਹੋ ਜਾਂਦੇ ਆ, ਤਾਂ ਵੀ ਉਹਨਾਂ ਦੇ ਆਨੰਦ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ। ਐਸੀ ਕਿਰਪਾ ਹੁੰਦੀ ਹੈ ਉਹਨਾਂ ਉੱਤੇ, ਐਸਾ ਰਸ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਆਗਮਨ ਦਿਹਾੜਾ ਪਿੱਛੇ ਮਨਾਇਆ ਸੀ। ਜਦੋਂ ਉਹਨਾਂ ਦੇ ਸੀਸ ਤੋਂ ਖੋਪਰਾ ਲਾਇਆ ਗਿਆ, ਉਹਨਾਂ ਨੂੰ ਜ਼ਾਲਮ ਨੇ ਤਾਂ ਪੁੱਛਿਆ, ਗੁਰਸਿੱਖਾਂ ਨੇ ਵੀ ਪੁੱਛਿਆ ਕਿ ਭਾਈ ਸਾਹਿਬ ਹੁਣ ਕੀ ਅਵਸਥਾ ਹੈ। 21 ਦਿਨ ਚੌਂਕੜੇ ਵਿੱਚ ਬੈਠੇ ਰਹੇ, 21 ਦਿਨ ਲਗਾਤਾਰ, ਔਰ 21 ਦਿਨ ਸਮਾਧੀ ਵਿੱਚ ਬੈਠੇ ਰਹੇ, ਸਿਮਰਨ ਵਿੱਚ ਜਪਜੀ ਸਾਹਿਬ ਦੇ ਪਾਠ ਕਰੀ ਜਾਂਦੇ ਆ। ਖੋਪਰਾ ਲਾ ਕੇ ਉਹਨਾਂ ਨੂੰ ਖਾਈ ਵਿੱਚ ਸਿੱਟ ਦਿੱਤਾ ਜ਼ਕਰੀਏ ਨੇ। ਕੋਲ ਦੀ 21ਵੇਂ ਦਿਨ ਲੰਘਦਾ ਹੈ, ਕੁਝ ਦਿਨਾਂ ਬਾਅਦ ਲੰਘਦਾ ਹੈ। ਕਹਿੰਦਾ ਓਏ ਸਿੱਖਾ ਤੂੰ ਅਜੇ ਮਰਿਆ ਨਹੀਂ, ਜਿਉਂਦਾ ਹੀ ਬੈਠਾ। ਭਾਈ ਸਾਹਿਬ ਕਹਿਣ ਲੱਗੇ ਬਈ ਮਰਨਾ ਤਾਂ ਕੀ ਹੈ, ਮੈਂ ਨਾ ਮਰੋ ਮਰਬੋ ਸੰਸਾਰਾ। ਕਹਿਣ ਲੱਗੇ ਤੈਨੂੰ ਜੁੱਤੀ ਦੀ ਨੋਕ ਨਾਲ ਅੱਗੇ ਲਾ ਕੇ ਲੈ ਕੇ ਜਾਣਾ, ਤੈਨੂੰ ਤੇ ਤੇਰੇ ਮੁੰਡੇ ਨੂੰ ਜਿਨ੍ਹਾਂ ਨੇ ਜ਼ੁਲਮ ਕੀਤੇ ਆ, ਇਸ ਕਰਕੇ ਬੈਠਾ। ਕਹਿੰਦੇ ਸਾਧ ਸੰਗਤ ਜੀ, ਤੀਜੇ ਦਿਨ ਉਹਦਾ ਲੜਕਾ ਘੋੜੇ ਦੀ ਰਕਾਬ ਦੇ ਵਿੱਚ ਪੈਰ ਫਸਿਆ ਤੇ ਸਿਰ ਵੱਜ ਕੇ ਮੌਤ ਹੋਈ। ਫਿਰ ਪਿਸ਼ਾਬ ਦਾ ਬੰਨ, ਸਾਰੀ ਕਿਰਿਆ ਦਾ ਬੰਨ ਪੈ ਗਿਆ। ਭਾਈ ਸੁਬੇਗ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਾ ਮੈਨੂੰ ਬਖਸ਼ਾਓ, ਜਿਵੇਂ ਵੀ ਬਖਸ਼ਾ ਸਕਦੇ ਹੋ। 5000 ਰੁਪਇਆ ਲੰਗਰ ਦੀ ਸੇਵਾ ਲਈ ਭੇਜਿਆ। ਖਾਲਸਾ ਜੰਗਲਾਂ ਬੇਲਿਆਂ ਦੇ ਵਿੱਚ ਦਿਨ ਕੱਟਦਾ ਸੀ, ਤਾਂ ਉਸ ਵਕਤ ਫਿਰ ਸਿੰਘਾਂ ਨੂੰ ਜਾ ਕੇ ਬੇਨਤੀ ਭਾਈ ਸੁਬੇਗ ਸਿੰਘ ਜੀ ਨੇ ਕੀਤੀ। ਸਿੰਘ ਕਹਿਣ ਲੱਗੇ ਪਹਿਲੀ ਵਾਰ ਜਿਹੜਾ ਖਾਲਸੇ ਨੇ ਸੰਤ ਦਾ ਤਖੱਲਸ ਦਿੱਤਾ, ਉਹ ਭਾਈ ਤਾਰੂ ਸਿੰਘ ਜੀ ਨੂੰ ਦਿੱਤਾ। ਸਿੰਘਾਂ ਨੇ ਪੰਕਤੀਆਂ ਪੜ੍ਹੀਆਂ, ਕਹਿਣ ਲੱਗੇ ਸੰਤ ਭਾਈ ਤਾਰੂ ਸਿੰਘ ਦੀ ਮਾਰ ਪੈ ਗਈ ਹੈ। ਸੰਤ ਭਾਈ ਤਾਰੂ ਸਿੰਘ ਦੇ ਬਚਨ ਹੋ ਗਏ, ਉਹਨੂੰ ਅਸੀਂ ਨਹੀਂ ਬਦਲ ਸਕਦੇ। ਖਾਲਸਾ ਨਹੀਂ ਉਹਨੂੰ ਬਦਲ ਸਕਦਾ, ਅਸੀਂ ਬਦਲਣਾ ਨਹੀਂ। ਠੀਕ ਆ, ਖਾਲਸੇ ਦੀ ਸ਼ਰਨ ਵਿੱਚ ਆਇਆ, ਮੁਆਫੀ ਮੰਗਦਾ ਹੈ, ਇਉਂ ਕਰੋ
कि उहदी जान सौखी निकल जाएगी। भाई तारू सिंह दे चरनां दा जिहड़ा जोड़ा ना जुत्ता 7 वेरी उहदे सिर विच जाके मारो, बस इन्ना क कर सकते हैं, पर संत दा वचन नहीं बदल सकते। साध संगत जी, और भाई तारू सिंह जी दा 7 जोड़े सिर विच मारे, फिर जाके बन टुटिया। 22वें दिन जकरिया नूं अगे ला के नरकां दे विच पा के फिर शहीदी दित्ती। उन्हां नूं पुछया जदों खोपरा लाया, कहंदे भाई तारू सिंह जी हुण किहड़ी अवस्था है? देखो क्या अवस्था उन्हां महापुरखां दी सी। कहंदे मैं तां दृष्टा पद विच बैठा हां, देखण वाला। कहंदे वाहिगुरू दी दृष्टा दृश दो पदार्थ आ, एक देखण वाला, एक दिसण वाली वस्तु आ। कंध है सामने, आपां इहनूं देख रहे हां, कंध दिसण वाली, आपां देखण वाले हां। किड्डी वड्डी उच्ची अवस्था है। सीस तो खोपरा लै गया, खून नाल शरीर लथपथ है, पानी दी घुट तक नहीं पीती 22 दिन, ते अवस्था किस आनंद दे विच है। कहंदे मैं तां सारा कुछ देखण वाला हां। जिवें आपां मेला वेखण जांदे हां, वेख वेख के बड़ा प्रसन्न हुंदे हां। भाई साहब कहंदे संसार रूप खेड नूं मैं वेख रिहा हां, मैं तां देखण वाला हां, ते वाहिगुरू परमेश्वर दी रजा है। ऐसे ऐसे महापुरख जिन्हां दी अवस्था निज आनंद दे विच टिकी हुई है, समाधि दे विच टिकी हुई है। उन्हां दियां समाधियां लग गईयां, भावें सीस तो खोपरे भी लै गए, बंद बंद भी कटिया गया, पर उन्हां दे आनंद विच, उन्हां दे रस विच कोई फर्क नहीं पिया। सो साध संगत जी, इस करके आपां संगत दे विच मनुखा जीवन दा असली प्रयोजन है भी मनुखा जीवन दा असली तां महाराज कहंदे आ शरीर दे हुंदियां हुंदियां परमेश्वर दी प्राप्ति हो जाए, किवें ना किवें, फिर ये मनुखा जीवन सफल है। हुण परमेश्वर दी प्राप्ति किने कराउणी है? सतगुरु ने कराउणी है, 10 पातशाहियां ने कराउणी है, और उहदा साधन है अमृत छक के बाणी पढ़नी, रहत रखनी। जो सतगुरु जी ने मूल मंत्र वाहिगुरू मंत्र नाम दिता है, इस नाम की कमाई करदियां करदियां शरीर द्वारा परमेश्वर की प्राप्ति हो गई, तो भाई प्राप्त मानुख देहरिया, गोबिंद मिलन की है तेरी बरिया। फिर परमेश्वर भी प्राप्त हो जाएगा, मनुखा जीवन भी सफल हो जाएगा, और ये जीवन धनता दे जोग बन जाएगा। सतपुरुषां दी याद क्यों मनाई दी है? उन्होंने अपना जीवन सफल किया, नाम जप के, सेवा करके, शुभ गुणा नूं कमा कमा के, बड़ी घालना घाल घाल के। साध संगत जी, एक एक खिन भी उन्होंने अपना जाई नहीं जान दिता। मिनट सकिंड तो बहुत दूर की गल है, परमेश्वर का नाम जपण वालियां जिहड़ियां आत्मा हुंदियां, वो अपना खिन भी, एक खिन भी वो अजाई नहीं जान दिंदे, उस नूं भी संभाल के रखदे। तां उन्हां दी याद आपां शरधा भावना नाल मिल के मनाई दी। सो साध संगत जी, मैं हुण समय तो अगे ना जावां, महापुरखां दा हुक्म सी। सो महापुरख संत बाबा गुरदयाल सिंह जी दा बहुत वड्डा स्नेह है जथेबंदी दमदमी टकसाल नाल, और बाबा जी दा ये बहुत वड्डा उपराला मैं देखदा हाँ, तुसी भी दर्शन करदे हो कि लखां प्राणियां नूं धन श्री गुरु ग्रंथ साहब जी दे नाल जोड़ रहे हैं। थां पर थां अमर संचार दी लहर चला रहे हैं विदेशां तक। तो ऐसी कृपा है साध संगत जी, सतगुरु जी दी दुबई वर्गे मुल्क, इस्लामिक मुल्कां दे विच भी जाके सिੱਖੀ दा प्रचार। तो गुरसिख भी साध संगत जी, बाबा खुदा सिंह जी का नाम तो बाबा जसवंत सिंह जी सी, पर उन्हां दियां बरकतां गुरु घर दियां बरकतां गुरु घर दियां शक्तियां नूं वेख वेख के मुसलमान भी, अफगान दे लोग भी उन्हां नूं खुदा कहंदे सन, खुदा दा रुतबा दिंदे सन कि खुदा है। उत्थों ही उन्हां दा नाम बाबा खुदा सिंह पै गया। भाव इन्ना उन्हां दा सत्कार, उन्हां नूं खुदा दा रूप करके तकदे सन।
ਇਹ ਗੁਰਸਿੱਖਾਂ ਦੀ ਕਮਾਈ ਹੁੰਦੀ ਹੈ। ਦੁਨੀਆ ਜਦੋਂ ਉਹਨਾਂ ਦਾ ਸੇਵਾ ਸਿਮਰਨ ਸਤਿਕਾਰ ਸੰਗਤ ਕਰਕੇ ਲਾਭ ਉਠਾਉਂਦੀ। ਸੋ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੁਬਈ ਵਰਗੇ ਮੁਲਕਾਂ ਵਿੱਚ ਰਹਿ ਕੇ ਦਸਾਂ ਨੌਹਾਂ ਦੀ ਕਮਾਈ ਵੀ ਕੀਤੀ ਔਰ ਉੱਥੋਂ ਦੀਆਂ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਸਿੱਖੀ ਨਾਲ ਜੋੜਿਆ। ਉੱਥੋਂ ਦੇ ਸ਼ੇਖ ਲੋਕ ਜੋ ਬੜਾ ਰੁਤਬਾ ਰੱਖਦੇ ਆ, ਉਹ ਬਾਬਾ ਜੀ ਦੀ ਸੰਗਤ ਤੋਂ ਵਰੋਸ ਆਉਂਦੇ ਆ। ਮਹਾਂਪੁਰਸ਼ਾਂ ਨੂੰ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਆ, ਗੁਰਮਤਿ ਦੇ ਬਚਨ ਸੁਣਦੇ ਆ, ਧੰਨ ਗੁਰੂ ਨਾਨਕ ਸਾਹਿਬ ਦੀ ਮਿਠਾਸ ਰੂਪ ਬੰਦਗੀ ਦੇ ਬਚਨ ਸੁਣਦੇ ਆ ਤੇ ਉਹਨਾਂ ਨੂੰ ਵੀ ਸਰਸ਼ਾਰ ਕਰਦੇ ਆ। ਸੋ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ। ਜਿੱਥੇ ਸਿੱਖ ਪੰਥ ਲਈ ਵੱਡੀਆਂ ਸੇਵਾਵਾਂ ਹਨ, ਉੱਥੇ ਮਨੁੱਖਤਾ ਲਈ ਵੀ ਬਹੁਤ ਵੱਡੇ ਕਾਰਜ ਕਰ ਰਹੇ ਹੈ। ਹਸਪੀਟਲ ਆਦਿਕ ਲੋੜਵੰਦਾਂ ਦੀਆਂ ਸੇਵਾਵਾਂ ਗੁਰਸਿੱਖ ਪਰਉਪਕਾਰ ਕਰਦਾ ਹੈ। ਇਸ ਕਰਕੇ ਬਹੁਤ ਵੱਡਾ ਪਰਉਪਕਾਰੀ ਜੀਵਨ ਹੈ। ਸੋ ਮੈਂ ਮਹਾਂਪੁਰਖਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਨਾਲ ਹੀ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਡਾਲੇ ਵਾਲੇ ਬੈਠੇ ਆ, ਜਿਨ੍ਹਾਂ ਦੇ ਕੀਰਤਨ ਵਿੱਚ ਸਤਿਗੁਰੂ ਨੇ ਬਹੁਤ ਮਿਠਾਸ ਦਾ ਰਸ ਭਰਿਆ ਹੋਇਆ ਹੈ ਔਰ ਮੈਨੂੰ ਦਰਸ਼ਨ ਹੁੰਦੇ ਰਹਿੰਦੇ ਆ ਸਾਡੇ ਇਲਾਕੇ ਵਿੱਚ, ਉਧਰ ਮਹਿਤੇ ਦੇ ਇਰਦ ਗਿਰਦ। ਸੋ ਬਾਬਾ ਜੀ ਵੀ ਪਿਛਲੇ ਦਿਨਾਂ ਤੋਂ ਹਾਜ਼ਰੀ ਭਰ ਰਹੇ ਆ। ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜੇ ਵਾਲੇ, ਉਹ ਵੀ ਇਸ ਇਲਾਕੇ ਵਿੱਚ ਗੁਰਮਤਿ ਦਾ ਵਿਚਰ ਕੇ ਭਾਰੀ ਪ੍ਰਚਾਰ ਕਰ ਰਹੇ ਹਨ। ਸੋ ਸਾਰੇ ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਆਈ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਆਓ ਸੰਗਤ ਜੀ ਨਾਲ ਸਮਾਗਮਾਂ ਤੋਂ ਇਹ ਲਾਭ ਲੈ ਕੇ ਜਾਓ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ ਆ ਭਾਈ, ਸਾਬਤ ਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਵਿਸਾਖ ਦੇ ਮਹੀਨੇ ਵਿੱਚ ਅਪ੍ਰੈਲ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਆ ਰਹੀ ਹੈ। ਬੜੀ ਸ਼ਰਧਾ ਨਾਲ ਚਾਅ ਨਾਲ ਆਪਾਂ ਆਪਣੇ ਸਤਿਗੁਰੂ ਦਾ ਉਹ 400 ਸਾਲਾ ਅਵਤਾਰ ਦਿਹਾੜੇ ਦੀ ਸ਼ਤਾਬਦੀ ਮਨਾਉਣੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਅਵਤਾਰ ਧਾਰਿਆ, ਗੁਰੂ ਕੇ ਮਹਿਲ ਸਾਹਿਬ ਅਸਥਾਨ ਤੇ। ਇਸ ਕਰਕੇ ਆਪਾਂ ਉਸ ਸ਼ਤਾਬਦੀ ਵੀ ਬੜੀ ਚੜ੍ਹਦੀ ਕਲਾ ਨਾਲ ਸਾਰੇ ਸਿੱਖ ਪੰਥ ਵੱਲੋਂ ਮਨਾਉਣੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿੱਡਾ ਵੱਡਾ ਮਹਾਨ ਬਖਸ਼ਿਸ਼ਾਂ ਦਾ ਦਰ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਚਨ ਕਰਦੇ ਆ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਈ। ਐਸੇ ਮੇਰੇ ਸਤਿਗੁਰੂ ਜੀ ਦਾ 400 ਸਾਲਾ ਅਵਤਾਰ ਗੁਰਪੁਰਬ ਆਪਾਂ ਅਪ੍ਰੈਲ ਵਿੱਚ ਮਨਾਉਣਾ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।